ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਪ੍ਰਦੂਸ਼ਣ ਦੀ ਕਰਨੀ ਹੈ। ਪ੍ਰਦੂਸ਼ਣ ਦੇ ਉੱਤੇ ਹਰ ਸਾਲ ਦੀਵਾਲੀ ਤੋਂ ਬਾਅਦ ਜਾਂ ਕਹੀਏ ਕਿ ਝੋਨੇ ਦੇ ਸੀਜ਼ਨ ਤੋਂ ਬਾਅਦ ਤੇ ਕਣਕ ਦੀ ਬਿਜਾਈ ਤੋਂ ਪਹਿਲਾਂ ਖੂਬ ਹੋ ਹੱਲਾ ਹੁੰਦਾ ਹੈ। ਇੱਕ ਦੂਜੇ ਦੇ ਉੱਤੇ ਉਂਗਲਾਂ ਚੁੱਕੀਆਂ ਜਾਂਦੀਆਂ ਨੇ ਕਿ ਕੌਣ ਇਸ ਦੀ ਅਸਲ ਵਜ੍ਹਾ, ਖਾਸ ਤੌਰ ਤੇ ਦਿੱਲੀ ਦੇ ਵਿੱਚ ਜਿਹੜਾ ਜਾਂ ਦਿੱਲੀ ਦੇ NCR ਦੇ ਵਿੱਚ ਜਿਹੜਾ ਪ੍ਰਦੂਸ਼ਣ ਹੁੰਦਾ ਉਸ ਨੂੰ ਲੈ ਕੇ ਅੱਜ ਚਰਚਾ ਦੇ ਵਿੱਚ ਪੁਆਇੰਟ ਨੰਬਰ 1 ਇਹ ਹੈ ਕਿ ਕੇਂਦਰ ਸਰਕਾਰ ਦੇ ਹਲਫਨਾਮੇ ਦੇ ਮੁਤਾਬਕ ਦਿੱਲੀ ਜਾਂ ਫਿਰ ਦਿੱਲੀ NCR ਜਾਂ ਪ੍ਰਦੂਸ਼ਣ ਦਾ ਜੋ ਹੋ ਹੱਲਾ ਹੁੰਦਾ ਹੈ ਉਸ ਦੀ ਅਸਲ ਵਜ੍ਹਾ ਪਰਾਲੀ ਨਹੀਂ ਹੈ। ਪਰਾਲੀ ਨਾਲ ਪ੍ਰਦੂਸ਼ਣ ਹੋ ਤਾਂ ਰਿਹਾ ਹੈ ਪਰ ਨਾਮ ਮਾਤਰ ਹੈ। ਜੇ 100% ਦਾ ਅਸੀਂ ਜ਼ਿਕਰ ਕਰਦੇ ਹਾਂ ਤਾਂ ਉਸ ਦੇ ਵਿੱਚੋਂ ਸਿਰਫ 4% ਹੈ ਜੋ ਪਰਾਲੀ ਦੀ ਵਜ੍ਹਾ ਨਾਲ ਪ੍ਰਦੂਸ਼ਣ ਹੁੰਦਾ ਹੈ ਤੇ ਬਾਕੀ ਜਿਹੜਾ 94% ਹੈ 96% ਹੈ ਇਹ ਵੱਖ-ਵੱਖ ਚੀਜ਼ਾਂ ਨਾਲ ਹੁੰਦਾ ਹੈ। ਖਾਸ ਤੌਰ ਤੇ ਇੰਡਸਟਰੀ ਨਾਲ, ਸਨਅਤ ਨਾਲ ਤੇ ਨਾਲ ਹੀ ਟਰਾਂਸਪੋਰਟ ਦੇ ਨਾਲ, ਯਾਨੀ ਜਿਹੜੀਆਂ ਗੱਡੀਆਂ ਦਾ, ਬੱਸਾਂ ਦਾ, ਟਰੱਕਾਂ ਦਾ ਧੂਆਂ ਹੈ ਉਸ ਦੇ ਨਾਲ। ਤੇ ਇਸ ਮੁੱਦੇ ਦੇ ਉੱਤੇ ਅੱਜ ਗੱਲਬਾਤ ਕਰਾਂਗੇ। ਗੱਲਬਾਤ ਹੋਣੀ ਇਸ ਕਰਕੇ ਵੀ ਜ਼ਰੂਰੀ ਹੈ ਕਿ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਹਲਫਨਾਮਾ ਦਿੱਤਾ ਗਿਆ ਹੈ ਉਸ ਦੇ ਵਾਕਈ ਮਾਇਨੇ ਕੀ ਨੇ, ਕਿ ਇਹ ਹਲਫਨਾਮਾ ਬਿਲਕੁਲ ਸਹੀ ਤਸਵੀਰ ਪੇਸ਼ ਕਰ ਰਿਹਾ ਹੈ ਦਿੱਲੀ ਦੇ ਜਾਂ ਦਿੱਲੀ NCR ਦੀ ਪੂਰੀ ਸਥਿਤੀ ਨੂੰ ਸਾਹਮਣੇ ਲਿਆ ਕੇ ਰੱਖ ਰਿਹਾ ਕਿ ਆਖਿਰ ਉੱਥੇ ਸਥਿਤੀ ਕਿਉਂ ਹੈ, ਕਿਵੇਂ ਹੈ, ਕਿ ਇਸ ਨੂੰ ਬਿਲਕੁਲ ਸਟੀਕ ਸਮਝਿਆ ਜਾਵੇ। ਦੂਜਾ ਪੁਆਇੰਟ ਇਹ ਵੀ ਹੈ ਕਿ ਜੇਕਰ 4% ਸਿਰਫ 4% ਪਰਾਲੀ ਦੀ ਵਜ੍ਹਾ ਨਾਲ ਪ੍ਰਦੂਸ਼ਣ ਹੁੰਦਾ ਹੈ ਤਾਂ ਹੁਣ ਤੱਕ ਕਿਸਾਨਾਂ ਦੇ ਪਿੱਛੇ ਕਿਉਂ ਪਏ ਸੀ ਸਾਰੇ ਕਿ ਪਰਾਲੀ ਨਾ ਸਾੜੋ, ਪਰਾਲੀ ਨਾ ਸਾੜੋ, ਪਰਾਲੀ ਨਾ ਸਾੜੋ। ਜੇ ਪਰਾਲੀ ਸਾੜਨ ਨਾਲ ਸਿਰਫ 4% ਪ੍ਰਦੂਸ਼ਣ ਹੋ ਰਿਹਾ ਹੈ। ਗੱਲ ਇਹ ਨਹੀਂ ਕਿ ਪਰਾਲੀ ਨਾਲ ਪ੍ਰਦੂਸ਼ਣ ਘੱਟ ਹੁੰਦਾ ਹੈ, ਗੱਲ ਇਹ ਹੈ ਕਿ ਜਿਹੜੇ ਜ਼ਿਆਦਾ ਪ੍ਰਦੂਸ਼ਣ ਕਰਨ ਵਾਲੇ ਸਰੋਤ ਨੇ ਉਹਨਾਂ ਦੀ ਕੋਈ ਗੱਲ ਨਹੀਂ ਕਰਦਾ ਜਾਂ ਉਹਨਾਂ ਦੇ ਵੱਲ ਕੋਈ ਧਿਆਨ ਨਹੀਂ ਦਿੰਦਾ ਜਾਂ ਉਹਨਾਂ ਨੂੰ ਲੈ ਕੇ ਕੋਈ ਸਿਆਸਤ ਨਹੀਂ ਭਖਦੀ। ਅੱਜ ਮੁੱਦਾ ਇਹੀ ਕਿ ਪ੍ਰਦੂਸ਼ਣ ਦੀ ਅਸਲ ਵਜ੍ਹਾ ਕੀ, ਤੇ ਦੂਜੀ ਗੱਲ ਇਹ ਵੀ ਕਿ ਜਿਹੜੀ ਪ੍ਰਦੂਸ਼ਣ ਦੀ ਅਸਲ ਵਜ੍ਹਾ ਹੈ ਕਿ ਉਸ ਦੇ ਉੱਤੇ ਵੀ ਕੋਈ ਧਿਆਨ ਦੇ ਰਿਹਾ ਹੈ ਜਾਂ ਨਹੀਂ। ਗੱਲ ਹੋਵੇਗੀ ਪ੍ਰਦੂਸ਼ਣ ਤੇ ਹੁੰਦੀ ਪੋਲਿਟਿਕਸ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਇੱਕ ਵਾਰ ਮੁੜ ਤੋਂ ਪ੍ਰਦੂਸ਼ਣ ਦੇ ਵਧੇ ਪੱਧਰ ਨੇ ਸੁਪਰੀਮ ਕੋਰਟ ਨੂੰ ਸਖਤ ਨਿਰਦੇਸ਼ ਅਤੇ ਟਿੱਪਣੀਆਂ ਕਰਨ ਨੂੰ ਮਜਬੂਰ ਕਰ ਦਿੱਤਾ ਹੈ। ਸ਼ਨੀਚਰਵਾਰ 13 ਨਵੰਬਰ ਨੂੰ ਸੁਣਵਾਈ ਤੋਂ ਬਾਅਦ ਸੋਮਵਾਰ 15 ਨਵੰਬਰ ਨੂੰ ਵੀ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਸਾਹਮਣੇ ਕੇਂਦਰ ਸਰਕਾਰ, ਪੰਜਾਬ ਅਤੇ ਦਿੱਲੀ ਸਰਕਾਰ ਨੇ ਆਪੋ ਆਪਣੇ ਤਰਕ ਰੱਖੇ, ਜਿਸ ਤੋਂ ਬਾਅਦ ਅਦਾਲਤ ਨੇ ਕੇਂਦਰ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ 16 ਨਵੰਬਰ ਨੂੰ ਦਿੱਲੀ, ਹਰਿਆਣਾ, ਪੰਜਾਬ, UP ਦੀਆਂ ਸਰਕਾਰਾਂ ਐਮਰਜੈਂਸੀ ਮੀਟਿੰਗ ਸੱਦੀ ਜਾਵੇਗੀ। ਮੀਟਿੰਗ ਦੇ ਵਿੱਚ ਇਹਨਾਂ ਸੂਬਿਆਂ ਦੇ ਮੁੱਖ ਸਕੱਤਰਾਂ ਦਾ ਸ਼ਾਮਲ ਹੋਣਾ ਲਾਜ਼ਮੀ ਹੋਵੇਗਾ। ਅਦਾਲਤ ਵਿੱਚ ਸੁਣਵਾਈ ਦੇ ਦੌਰਾਨ ਕੇਂਦਰ ਸਰਕਾਰ ਨੇ ਪਰਾਲੀ ਨੂੰ ਲੈ ਕੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਪਰਾਲੀ ਦੇ ਨਾਲ ਦਿੱਲੀ ਦੇ ਵਿੱਚ ਸਿਰਫ 4% ਹੀ ਪ੍ਰਦੂਸ਼ਣ ਹੁੰਦਾ ਹੈ। ਇਸ ਤੋਂ ਪਹਿਲਾਂ ਸ਼ਨੀਚਰਵਾਰ ਨੂੰ ਸੁਣਵਾਈ ਦੇ ਦੌਰਾਨ ਜਦੋਂ ਦਿੱਲੀ ਸਰਕਾਰ ਨੇ ਪ੍ਰਦੂਸ਼ਣ ਦੇ ਲਈ ਪਰਾਲੀ ਨੂੰ ਜ਼ਿੰਮੇਵਾਰ ਦੱਸਿਆ ਤਾਂ ਚੀਫ ਜਸਟਿਸ ਰਮਨਾ ਨੇ ਸਰਕਾਰ ਨੂੰ ਪੁੱਛਿਆ ਸੀ ਕਿ ਤੁਸੀਂ ਕਿਉਂ ਅਜਿਹਾ ਜਤਾਉਣਾ ਚਾਹੁੰਦੇ ਹੋ ਕਿ ਸਿਰਫ ਪਰਾਲੀ ਦੇ ਨਾਲ ਹੀ ਪ੍ਰਦੂਸ਼ਣ ਹੁੰਦਾ ਹੈ, ਉਸ ਦੇ ਨਾਲ ਸਿਰਫ ਕੁਝ ਫੀਸਦ ਦੀ ਪ੍ਰਦੂਸ਼ਣ ਫੈਲਦਾ ਹੈ, ਬਾਕੀ ਕੀ ਹੈ। ਉਧਰ ਪਟੀਸ਼ਨਕਰਤਾ ਦੇ ਵਕੀਲ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਕਿ ਪੰਜਾਬ ਦੇ ਵਿੱਚ ਚੋਣਾਂ ਕਰਕੇ ਪਰਾਲੀ ਸਾੜਨ ਦੇ ਮਾਮਲੇ ਦਰਜ ਨਹੀਂ ਹੋ ਰਹੇ, ਜਿਸ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਸਾਡਾ ਮਕਸਦ ਪ੍ਰਦੂਸ਼ਣ ਘੱਟ ਹੋਵੇ, ਸਿਆਸਤ ਦੇ ਨਾਲ ਕੋਈ ਵੀ ਮਤਲਬ ਨਹੀਂ ਹੈ। ਹਾਲਾਂਕਿ ਸੋਮਵਾਰ ਨੂੰ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਨੂੰ ਇੰਨਾ ਜ਼ਰੂਰ ਕਿਹਾ ਕਿ ਹੋ ਸਕੇ ਤਾਂ ਉਹ ਕਿਸਾਨਾਂ ਦੇ ਨਾਲ ਗੱਲ ਕਰਨ ਤਾਂ ਕਿ ਉਹ ਇੱਕ ਹਫ਼ਤੇ ਤੱਕ ਪਰਾਲੀ ਨਾ ਸਾੜਨ। ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਤੇ ਪਰਾਲੀ ਦੇ ਦਿੱਤੇ ਜਵਾਬ ਤੇ ਸੁਪਰੀਮ ਕੋਰਟ ਦੇ ਜੱਜ ਜਸਟਿਸ ਸੂਰਿਆਕਾਂਤ ਨੇ ਪੁੱਛਿਆ ਕਿ ਤੁਸੀਂ ਕਿਹਾ ਕਿ ਪਰਾਲੀ ਰੋਕਣ ਲਈ ਅਸੀਂ ਜੁਰਮਾਨਾ ਲਗਾ ਰਹੇ ਹਾਂ, ਪਰ ਮੁਆਵਜ਼ੇ ਬਾਰੇ ਤੁਸੀਂ ਕੀ ਕੀਤਾ ਹੈ, ਕਿਸਾਨਾਂ ਨੂੰ ਕੀ ਬਦਲ ਦਿੱਤਾ ਗਿਆ। ਸ਼ਨੀਚਰਵਾਰ ਨੂੰ ਸੁਪਰੀਮ ਕੋਰਟ ਨੇ ਪ੍ਰਦੂਸ਼ਣ ਨੂੰ ਲੈ ਕੇ ਲਾਕਡਾਊਨ ਤੇ ਵਿਚਾਰ ਕਰਨ ਦੇ ਲਈ ਦਿੱਲੀ ਸਰਕਾਰ ਨੂੰ ਹਦਾਇਤਾਂ ਦਿੱਤੀਆਂ ਸਨ, ਜਿਸ ਤੇ ਦਿੱਲੀ ਸਰਕਾਰ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਲਾਕਡਾਊਨ ਲਗਾਉਣ ਦੇ ਲਈ ਤਿਆਰ ਨੇ, ਪਰ ਇਸ ਦੇ ਲਈ ਪੂਰੇ NCR ਦੇ ਵਿੱਚ ਲਾਕਡਾਊਨ ਦੀ ਲੋੜ ਹੈ। ਦਿੱਲੀ ਸਰਕਾਰ ਨੇ ਕੇਂਦਰ ਨੂੰ ਇਸ ਦੇ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਸੁਪਰੀਮ ਕੋਰਟ ਨੇ 16 ਨਵੰਬਰ ਤੱਕ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਜਵਾਬ ਮੰਗਿਆ ਕਿ ਕਿਹੜੀਆਂ ਸਨਅਤਾਂ ਅਤੇ ਗੱਡੀਆਂ ਨੂੰ ਰੋਕਿਆ ਜਾ ਸਕਦਾ ਹੈ, ਕਿਹੜੇ ਬਿਜਲੀ ਪਲਾਂਟਾਂ ਨੂੰ ਰੋਕਿਆ ਜਾ ਸਕਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਦੇ ਲਈ ਸਭ ਤੋਂ ਵੱਧ ਜ਼ਿੰਮੇਵਾਰ ਟਰਾਂਸਪੋਰਟ, ਸਨਅਤ ਅਤੇ ਗੱਡੀਆਂ ਜ਼ਿੰਮੇਵਾਰ ਨੇ। ਸੁਪਰੀਮ ਕੋਰਟ ਨੇ ਵਰਕ ਫਰਮ ਹੋਮ ਨੂੰ ਵੀ ਵਿਚਾਰਨ ਦੇ ਲਈ ਕਿਹਾ। ਹਾਲਾਂਕਿ 2 ਦਿਨ ਪਹਿਲਾਂ ਹੀ ਦਿੱਲੀ ਸਰਕਾਰ ਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਵਰਕ ਫਰਮ ਹੋਮ ਲਾਗੂ ਕਰ ਦਿੱਤਾ ਸੀ। ਇਸ ਦੇ ਨਾਲ ਹੀ ਸਕੂਲ ਵੀ ਹਫ਼ਤੇ ਦੇ ਲਈ ਬੰਦ ਕਰ ਦਿੱਤੇ ਗਏ ਸਨ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ
ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਿੱਤਾ ਗਿਆ। ਹੁਣ ਤੁਹਾਨੂੰ ਦੱਸਦੇ ਹਾਂ ਕਿ ਅਦਾਲਤ ਨੇ, ਜਸਟਿਸ ਨੇ ਪੰਜਾਬ ਸਰਕਾਰ ਨੂੰ ਕੀ ਕੁਝ ਕਿਹਾ ਹੈ, ਟਵੀਟ ਦੇ ਜ਼ਰੀਏ ਦੱਸਾਂਗੇ। ਦਰਅਸਲ ਇਹ ਕਿਹਾ ਗਿਆ ਕਿ ਪ੍ਰਦੂਸ਼ਣ ਤੇ ਸੁਣਵਾਈ ਦੌਰਾਨ ਜਸਟਿਸ ਸੂਰਯਕਾਂਤ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਜੁਰਮਾਨਾ ਲਗਾ ਰਹੇ ਹੋ, ਪਰ ਕਿਸਾਨਾਂ ਨੂੰ ਇਨਸੈਂਟਿਵ ਦੇਣ ਬਾਰੇ ਕੀ ਕਹਿੰਦੇ ਹੋ? ਇਸ ਤੇ ਤੁਹਾਡਾ ਕੀ ਤਰਕ ਹੈ? ਕਿਵੇਂ ਉਹਨਾਂ ਨੂੰ ਬਦਲ ਦਿੱਤਾ ਜਾਵੇ? ਤਾਂ ਪੰਜਾਬ ਨੂੰ ਇਹ ਕਿਹਾ ਗਿਆ ਅਦਾਲਤ ਦੇ ਵੱਲੋਂ। ਤਾਂ ਇਸ ਦੇ ਉੱਤੇ, ਇਸੇ ਆਧਾਰ ਦੇ ਉੱਤੇ ਆਮ ਆਦਮੀ ਪਾਰਟੀ ਨੇ ਚੰਨੀ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਅਤੇ ਫਿਰ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਦੱਸਦੇ ਹਾਂ। ਤੇ ਲਿਖਿਆ ਕਿ ਚੰਨੀ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਹੋਇਆ ਨੰਗਾ। ਸੁਪਰੀਮ ਕੋਰਟ ਨੇ ਚੰਨੀ ਸਰਕਾਰ ਨੂੰ ਲਿਆ ਆੜੇ ਹੱਥੀ, ਕਿਹਾ ਕਿਸਾਨਾਂ ਨੂੰ ਸਜ਼ਾ ਦੇਣ ਦੀ ਥਾਂ ਕਿਉਂ ਨਹੀਂ ਕੀਤਾ ਕਿਸੇ ਵਿਕਲਪ ਦਾ ਪ੍ਰਬੰਧ। ਤਾਂ ਖੈਰ ਸਿਆਸਤ ਵੀ ਇਸ ਪੂਰੇ ਮੁੱਦੇ ਉੱਤੇ ਖੂਬ ਹੁੰਦੀ ਨਜ਼ਰ ਆ ਰਹੀ ਹੈ। ਤਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਵਾਂਗੇ ਅੱਜ ਦੇ ਮਹਿਮਾਨਾਂ ਦੇ ਨਾਲ, ਉਸ ਤੋਂ ਬਾਅਦ ਚਰਚਾ ਦੀ ਸ਼ੁਰੂਆਤ ਹੋਏਗੀ। ਸਾਡੇ ਨਾਲ ਜਿਹੜੇ ਮਹਿਮਾਨ ਜੁੜ ਰਹੇ ਨੇ, ਸਾਡੇ ਨਾਲ ਅਰਸ਼ਪ੍ਰੀਤ ਖੜਿਆਲ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਸਵਾਗਤ ਹੈ ਖੜਿਆਲ ਸਾਹਿਬ ਤੁਹਾਡਾ। ਸਾਡੇ ਨਾਲ ਬੀਜੇਪੀ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਕੁਲਦੀਪ ਧਾਲੀਵਾਲ ਜੀ ਜੁੜ ਰਹੇ ਨੇ। ਧਾਲੀਵਾਲ ਸਾਹਿਬ ਸਵਾਗਤ ਹੈ। ਅਹਿਬਾਬ ਗਰੇਵਾਲ ਜੀ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਧਾਲੀਵਾਲ ਸਾਹਿਬ, ਗਰੇਵਾਲ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੇ ਕਿਸਾਨ ਆਗੂ ਸਾਡੇ ਨਾਲ ਜੁੜ ਰਹੇ ਨੇ ਰਵਨੀਤ ਬਰਾੜ। ਰਵਨੀਤ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਰਵਨੀਤ ਜੀ, ਇੱਕ ਛੋਟੀ ਜਿਹੀ ਸਟੇਟਮੈਂਟ ਤੁਹਾਡੀ, ਉਸ ਤੋਂ ਬਾਅਦ ਆਪਾਂ ਸਿਆਸਤ ਦੀ ਗੱਲ ਕਰਾਂਗੇ। ਕਿਸਾਨ ਹੁਣ ਕਿਵੇਂ ਦੇਖ ਰਹੇ ਨੇ ਕੇਂਦਰ ਸਰਕਾਰ ਦੇ ਹਲਫਨਾਮੇ ਨੂੰ? ਤੁਹਾਨੂੰ ਲੱਗਦਾ ਕਿ ਬਿਲਕੁਲ ਸਟੀਕ ਹੈ ਜੋ ਗੱਲ ਤੁਸੀਂ ਕਹਿਣਾ ਚਾਹ ਰਹੇ ਸੀ, ਉਹੀ ਕੇਂਦਰ ਸਰਕਾਰ ਨੇ ਆਪਣੇ ਹਲਫਨਾਮੇ ਦੇ ਜ਼ਰੀਏ ਸੁਪਰੀਮ ਕੋਰਟ ਦੇ ਵਿੱਚ ਕਹਿ ਦਿੱਤੀ? ਰਵਨੀਤ ਜੀ। ਗੌਰਵ ਜੀ, ਬਿਲਕੁਲ ਸਹੀ ਗੱਲ ਹੈ। ਦੇਖੋ, ਕਿਸੇ ਵੀ ਸੱਚਾਈ ਨੂੰ ਜ਼ਿਆਦਾ ਦੇਰ ਲੁਕਾਇਆ ਨਹੀਂ ਜਾ ਸਕਦਾ। ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਵੀ ਇਹ ਜਿਹੜਾ ਕੁਝ ਵੀ ਹੋ ਰਿਹਾ ਇਹ ਇਕੱਲਾ ਫਾਰਮਰਸ ਨੂੰ ਬਲੇਮ ਨਾ ਕੀਤਾ ਜਾਵੇ, ਕਿਉਂਕਿ ਅਸੀਂ ਤਾਂ ਇੱਕ ਬਹੁਤ ਥੋੜਾ ਜਿਹਾ ਜਿਹੜਾ ਹੈਗਾ ਉਹਦਾ ਸ਼ੇਅਰ ਕਰਦੇ ਹਾਂ। ਦੂਸਰੀ ਗੱਲ ਕਿ ਜੇ ਸਰਕਾਰਾਂ ਪਹਿਲਾਂ ਨਹੀਂ ਸੋਚ ਸਕਦੀਆਂ, ਜਦੋਂ ਪਤਾ ਅਕਤੂਬਰ ਨਵੰਬਰ ਦੇ ਵਿੱਚ ਇਹ ਸਾਰਾ ਕੁਝ ਹੋਣਾ ਹੈ, ਤਾਂ ਉਦੋਂ ਹੀ ਕਿਉਂ ਇਹਦੇ ਬਾਰੇ ਵਿਚਾਰ ਕੀਤਾ ਜਾਂਦਾ ਹੈ ਜਾਂ ਇਹਦੇ ਬਾਰੇ ਡਿਸਕਸ਼ਨਸ ਹੁੰਦੀਆਂ ਜਾਂ ਸੈਂਟਰ ਜਾਂ ਜਿਹੜੀਆਂ ਸੈਂਟਰ ਦੀ ਗਵਰਨਮੈਂਟ ਹੈ ਜਾਂ ਪੰਜਾਬ ਦੀ ਗਵਰਨਮੈਂਟ ਹੈ ਉਦੋਂ ਤਤਪਰ ਹੁੰਦੀ ਹੈ। ਉਸ ਤੋਂ ਪਹਿਲਾਂ 1 ਸਾਲ ਇਹ ਬੇਸ਼ੱਕ ਕਹਿੰਦੇ ਹੁੰਦੇ ਆ ਇੱਕ ਡੂੰਘੀ ਨੀਂਦ, ਕੁੰਭਕਰਨ ਦੀ ਨੀਂਦ ਵਿੱਚ ਸੌ ਜਾਂਦੀਆਂ, ਤੇ ਕਿਉਂਕਿ ਇਹਨਾਂ ਕੋਲ ਇੱਕ ਬਲੇਮ ਗੇਮ ਹੈਗੀ। ਲਾਸਟ ਤੇ ਆ ਕੇ ਇਹਨਾਂ ਨੇ ਫਾਰਮਰ ਤੇ ਸਾਰਾ ਕੁਝ ਸਿੱਟ ਕੇ ਇਹਨਾਂ ਨੇ ਆਪਣੇ ਆਪਣੇ ਘਰ ਵਿੱਚ ਬੈਠ ਜਾਣਾ। ਇਹਨਾਂ ਦਾ ਜਿਹੜਾ ਕਹਿੰਦੇ ਹੁੰਦੇ ਮਕਸਦ ਹੱਲ ਹੋ ਜਾਂਦਾ। ਦੂਸਰੀ ਗੱਲ ਦੱਸਣਾ ਚਾਹੁੰਦਾ ਜੀ, ਮੈਂ ਰਵਨੀਤ ਜੀ ਵਿਚਾਲੇ ਰੋਕਦੇ ਦੋ ਗੱਲਾਂ ਨੇ। ਦੇਖੋ, ਬਹੁਤ ਇੰਟਰਸਟਿੰਗ ਹੈ। ਤੁਹਾਨੂੰ ਲੱਗਦਾ ਕਿ ਕੇਂਦਰ ਦੇ ਹਲਫਨਾਮੇ 'ਚ ਦਮ ਹੈ? ਦੇਖੋ, ਇੱਕ ਤਾਂ ਕੇਂਦਰ 'ਚ ਬੀਜੇਪੀ ਦੀ ਸਰਕਾਰ ਹੈ। ਦੂਜਾ ਪੁਆਇੰਟ ਜਿਹੜਾ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਇਹਨਾਂ ਨੇ ਕਿਸਾਨਾਂ ਦੇ ਸਿਰ ਮੜ ਦੇਣਾ ਹੁੰਦਾ ਹੈ, ਕਿਸਾਨਾਂ ਦੇ ਨੂੰ ਕਸੂਰਵਾਰ ਦੱਸ ਦੇਣਾ ਹੁੰਦਾ ਹੈ, ਇਹ ਕੌਣ ਨੇ? ਤੁਹਾਨੂੰ ਲੱਗਦਾ ਕਿ ਇੱਕ ਅੱਧੀ ਪੋਲੀਟੀਕਲ ਪਾਰਟੀ ਹੈ, ਸਾਰੇ ਇੱਕੋ ਤੱਕੜੀ 'ਚ ਤੋਲ ਰਹੇ ਹੋ ਤੁਸੀਂ ਸਾਰਿਆਂ ਨੂੰ? ਬਿਲਕੁਲ ਗੌਰਵ ਜੀ, ਇੱਕੋ ਤੱਕੜੀ ਤੋਲ ਰਹੇ ਆ, ਕਿਉਂਕਿ ਬੇਸ਼ੱਕ ਸੂਬੇ ਦੀ ਸਰਕਾਰ ਹੋਵੇ, ਬੇਸ਼ੱਕ ਸੈਂਟਰ ਦੀ ਸਰਕਾਰ ਹੋਵੇ, ਇਹਨਾਂ ਨੇ ਕਿਹਾ ਇਹੀ ਹੈ ਵੀ ਜਿਹੜੀ ਸਟੇਬਲ ਬਰਨਿੰਗ ਉਹਨੂੰ ਅਸੀਂ ਟੈਕਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਸਬਸਿਡੀ ਵੀ ਪ੍ਰੋਵਾਈਡ ਕਰਦੇ ਹਾਂ, ਸਾਰਾ ਕੁਝ ਕਰਦੇ ਹਾਂ। ਦੂਸਰੀ ਗੱਲ ਸੈਂਟਰ ਨੇ ਜਿਹੜਾ ਹਲਫਨਾਮਾ ਦਿੱਤਾ ਉਹਦੇ ਵਿੱਚ 35 ਤੋਂ 40% ਦਾ ਕਿਹਾ। ਇਹ ਤਾਂ ਜਦੋਂ ਜੱਜ ਸਾਹਿਬ ਨੇ ਅੱਗੋਂ ਕਾਊਂਟਰ ਕਰਕੇ ਉਹਨਾਂ ਨੂੰ ਕਿਹਾ ਵੀ 4 to 10% ਹੁੰਦਾ, ਦੈਨ ਹੀ ਐਗਰੀਡ। ਉਹਨੇ ਕਿਹਾ ਵੀ ਹਾਂਜੀ ਬਿਲਕੁਲ ਤੁਸੀਂ ਠੀਕ ਹੋ। ਸੈਕਿੰਡ ਥਿੰਗ ਇਹ ਦੱਸਣਾ ਚਾਹੁੰਦਾ, ਬੜਾ ਇੱਕ ਰੌਲਾ ਪਾਇਆ ਜਾਂਦਾ ਵੀ ਅਸੀਂ ਸਬਸਿਡੀਜ਼ ਦਿੰਦੇ ਹਾਂ ਇਹਦੇ ਤੇ, ਜਿਹੜੇ ਸੁਪਰ ਸੀਡਰ ਹੈ 40% ਸਬਸਿਡੀ ਦੇ ਕੇ 18% ਉਹਦੇ ਤੇ GST ਹੁੰਦਾ। ਸਬਸਿਡੀ ਕਿੰਨੀ ਮਿਲੀ ਕਿਸਾਨ ਨੂੰ? 12%। ਤੇ ਪਿਛਲੇ 1.5-2 ਸਾਲਾਂ ਦੇ ਵਿੱਚ ਰੇਟ ਕਿੰਨਾ ਡੂਡਾ ਹੋ ਗਿਆ। ਕਿਸਾਨ ਕਿਵੇਂ ਲੈ ਲੂਗਾ? ਜਾਂ 3 ਏਕੜ ਵਾਲਾ ਕਿਸਾਨ ਕੀ 2,35,000 ਰੁਪਇਆ ਲਾ ਦੂਗਾ? ਤੁਸੀਂ ਦੱਸ ਦਿਓ ਗੌਰਵ ਜੀ, ਲਾ ਸਕਦਾ? ਨਹੀਂ ਲਾ ਸਕਦਾ। ਕਿਉਂ? ਸਰਕਾਰਾਂ ਕੋਲੇ ਜੇ ਇੰਨੀ ਸਰਕਾਰਾਂ ਕੋਲੇ ਫੰਡਿੰਗ ਹੈਗੀ ਹੈ ਤਾਂ ਕਿਉਂ ਨਾ ਜਿਹੜੀਆਂ ਕੋਆਪਰੇਟਿਵਸ ਹੈ ਉਹਨਾਂ ਨੂੰ ਮਸ਼ੀਨਾਂ ਫ੍ਰੀ ਦਿੱਤੀਆਂ ਜਾਣ। ਜੇ ਸਰਕਾਰ ਚਾਹੇ, ਜਿਹਦੀ ਮਨਸ਼ਾ ਹੋਵੇ, ਕਿਉਂ ਨਹੀਂ ਕਰ ਸਕਦੀ? ਜੇ ਕਿਸਾਨ ਹਿਤੈਸ਼ੀ ਹੋਵੇ। ਇਹਨਾਂ ਨੇ ਤਾਂ ਕਿਸਾਨ ਦੇ ਕਹਿੰਦੇ ਹੁੰਦੇ ਆ ਸਿਰ ਤੇ ਭਾਂਡਾ ਫੋੜਨਾ ਹੁੰਦਾ ਸਾਰਾ। ਉਸ ਤੋਂ ਬਾਅਦ ਫਿਰ ਕਿਸਾਨ, ਕਿਉਂਕਿ ਆਮ ਲੋਕਾਂ ਦੀ ਨਿਗਾਹ ਦੇ ਵਿੱਚ ਕਿਸਾਨ ਨੂੰ ਮਾੜਾ ਬਣਾਉਣਾ ਸਰਕਾਰਾਂ ਦਾ ਕੰਮ ਹੈ। ਠੀਕ ਹੈ, ਮੈਂ ਚਲੋ ਇਸ ਪੁਆਇੰਟ ਦੇ ਉੱਤੇ ਤੁਹਾਡੇ ਕੋਲ ਵਾਪਸ ਆਉਂਗਾ। ਬਹੁਤ ਇੰਟਰਸਟਿੰਗ ਗੱਲ ਤੁਸੀਂ ਕਹੀ ਹੈ, ਜਾਂ ਕਹੀਏ ਕਿ ਬਹੁਤ ਵੈਲਿਡ ਪੁਆਇੰਟ ਹੈ ਕਿ ਜੇ ਅਸੀਂ 2-2.5 ਏਕੜ ਵਾਲੇ ਕਿਸਾਨ ਨੂੰ ਮਿਡਲ ਕਲਾਸ ਦੇ ਵਿੱਚ ਗਿਣ ਲਈਏ ਜਾਂ ਫਿਰ ਲੋਅਰ ਮਿਡਲ ਕਲਾਸ ਦੇ ਵਿੱਚ ਗਿਣ ਲਈਏ, ਸੋਚ ਕੇ ਦੇਖੋਗੇ ਜੇ ਤੁਹਾਡੀ ਇਨਕਮ ਹੈ ਸਾਲ ਦੀ ਲੱਖ ਰੁਪਈਆ, ਜਾਂ ਤੁਹਾਨੂੰ ਹਰ ਮਹੀਨੇ 5,000 10,000 15,000 ਬਚ ਰਹੇ ਨੇ, ਮੈਂ 20,000 ਕਹਿ ਲਵਾਂ, ਮੈਂ 30,000 ਕਹਿ ਲਵਾਂ ਕਿ 30,000 ਬਚਦੇ ਨੇ ਪੂਰੇ ਮਹੀਨੇ ਦੇ ਵਿੱਚ, ਘਰ ਦੇ ਖਰਚੇ ਵੀ ਚਲਾਉਣੇ ਨੇ, ਸਾਰਾ ਕੁਝ ਹੋਣਾ, ਤੇ ਤੁਸੀਂ ਕਹੋ ਕਿ 2,35,000 ਦੀ ਕੋਈ ਆਪਾਂ ਮਸ਼ੀਨ ਲਿਆ ਕੇ ਪਰਾਲੀ ਨੂੰ ਟਿਕਾਣੇ ਲਗਾਉਣਾ ਸ਼ੁਰੂ ਕਰ ਦਈਏ, ਤਾਂ ਪੋਸੀਬਲ ਨਜ਼ਰ ਨਹੀਂ ਆਉਂਦਾ ਜੇ ਆਪਾਂ ਪ੍ਰੈਕਟੀਕਲ ਗੱਲ ਕਰੀਏ। ਮੈਂ ਅੱਗੇ ਵਧਦਾ। ਅਹਿਬਾਬ ਗਰੇਵਾਲ ਜੀ ਸਾਡੇ ਨਾਲ ਨੇ। ਗਰੇਵਾਲ ਸਾਹਿਬ, ਤੁਹਾਡਾ ਰਿਐਕਸ਼ਨ
देखो केंद्र सरकार का हल्फनामा कहता है कि दिल्ली जिम्मेवार है, क्योंकि जे 30% प्रदूषण इंडस्ट्री तो हो रहा है, जे 28% प्रदूषण ट्रांसपोर्ट तो हो रहा है, तो फिर तुसी किसानां वाल उंगल ना चुको। ये एफिडेविट के जरिए तुहानू गल कही जा रही है। अहबाब जी सर, उन्हों की एफिडेविट की असलीयत तो इत्थों ही पता होंगी है कि जो 40% कहते हैं पुछे जान ते 4% पे आ जाते हैं, पहली गल। सैकेंडली बड़ी अनफॉर्चुनेट जी गल है कि ਜਿਹੜੀ केंद्र सरकार है ना, ਉਹ ਜਦੋਂ ਦਿੱਲੀ 'ਚ ਪ੍ਰੋਬਲਮਸ ਆਉਂਦੀਆਂ ਨੇ, ਉਹ ਪ੍ਰੋਬਲਮਸ ਤਾਂ ਆਮ ਆਦਮੀ ਪਾਰਟੀ ਦੇ ਮੱਥੇ ਤੇ ਮੜ ਦਿੰਦੇ ਆ। ਜਦੋਂ ਅਸੀਂ ਕਹਿੰਦੇ ਆ ਕਿ ਸਾਨੂੰ ਉਸ ਪ੍ਰੋਬਲਮ ਦਾ ਹੱਲ ਕਰਨ ਦਿਓ, ਉਹਦੇ ਤੇ ਉਹ ਜਵਾਬ ਨਹੀਂ ਦਿੰਦੇ। ਸਾਡੀ ਸਰਕਾਰ ਨੇ ਇਹਨਾਂ ਨੂੰ ਨਾ ਸਿਰਫ ਕਿਸਾਨਾਂ ਨੂੰ ਉੱਥੇ ਸੋਲੂਸ਼ਨਸ ਦਿੱਤੀਆਂ ਨੇ ਜਿਹਦੇ ਨਾਲ ਕਿ ਉਹ ਆਪਣੇ ਪਰਾਲੀ ਦੀ ਸਮੱਸਿਆ ਦਾ ਹੱਲ ਕਰ ਸਕਣ, ਅਸੀਂ ਉਹ ਸ਼ੇਅਰ ਕਰਨ ਨੂੰ ਵੀ ਤਿਆਰ ਆ। ਉਦੋਂ ਇਲਾਵਾ ਗੌਰਵ ਜੀ, ਅਸੀਂ ਤਾਂ ਬਾਰ-ਬਾਰ ਕਹਿ ਰਹੇ ਹਾਂ ਕਿ ਨਲਾਇਕੀ ਸਰਕਾਰਾਂ ਦੀ ਹੈ, ਕਿਸਾਨਾਂ ਦਾ ਇਹਦੇ 'ਚ ਕੋਈ ਕਸੂਰ ਨਹੀਂ। ਨਲਾਇਕੀ ਇਸ ਕਰਕੇ ਬਿਲਕੁਲ ਜਿਵੇਂ ਬਰਾੜ ਸਾਹਿਬ ਨੇ ਕਿਹਾ ਕਿ ਇਹ ਇੱਕਦਮ ਕੁੰਭਕਰਨ ਦੀ ਨੀਂਦ ਜਾਗ ਜਾਂਦੇ ਨੇ। ਜਿਹੜੀ ਸਬਸਿਡੀ ਹੈ ਉਹ ਵੀ ਵਾਪਸ ਜਾ ਰਹੀ ਹੈ, ਉਹਨੂੰ ਤੁਸੀਂ ਵੱਡੇ ਕਿਸਾਨਾਂ ਨੂੰ ਦੇ ਦਿਓ। ਤੁਸੀਂ ਕੋਆਪਰੇਟਿਵ ਮੂਵਮੈਂਟ ਉਹ ਪਰ ਉਹਨਾਂ ਨੇ ਪੋਲਿਟਿਸਾਈਜ਼ ਕਰ ਰਹੇ ਸਰ, ਤੁਹਾਨੂੰ ਵੀ ਨਹੀਂ ਬਖਸ਼ ਰਹੇ। ਮੈਂ ਤਾਂ ਹੀ ਸਵਾਲ ਪੁੱਛ ਲਿਆ ਸੀ ਨਾ, ਮੈਂ ਕਿਹਾ ਜਾਣਨਾ ਤਾਂ ਚਾਹੀਏ ਕਿ ਕਿਸਾਨ ਕਹਿੰਦੇ ਕੀ ਨੇ, ਕਿ ਉਹ ਬੀਜੇਪੀ ਨੂੰ ਕਹਿ ਰਹੇ ਨੇ ਜਾਂ ਕਾਂਗਰਸ ਨੂੰ ਕਹਿ ਰਹੇ ਨੇ। ਤੁਸੀਂ ਵੀ ਉਸੇ ਕਤਾਰ ਦੇ ਵਿੱਚੋਂ ਆਮ ਆਦਮੀ ਪਾਰਟੀ, ਬੇਸ਼ੱਕ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਅੱਜ ਕਰ ਰਹੇ ਹੋ, ਪਰ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਤੇ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਾਰ-ਬਾਰ ਕਹਿ ਚੁੱਕੀ ਹੈ ਕਿ ਦਿੱਲੀ ਦੇ ਵਿੱਚ ਜਿਹੜਾ ਪੋਲਿਊਸ਼ਨ ਹੈ, ਸਾਨੂੰ ਤੁਸੀਂ ਜਦੋਂ ਅਸੀਂ ਚਲਾਨ ਕਰਨ ਜਾਂਦੇ ਹਾਂ, ਜਦੋਂ ਅਸੀਂ ਇੰਡਸਟਰੀਜ਼ ਤੇ ਸਖਤਾਈ ਕਰਨ ਜਾਂਦੇ ਹਾਂ, ਤਾਂ ਲੈਫਟੀਨੈਂਟ ਗਵਰਨਰ ਸਾਹਿਬ ਸਾਨੂੰ ਰੋਕ ਦਿੰਦੇ ਆ। ਜਦੋਂ ਅਸੀਂ ਬੱਸਾਂ ਦਾ ਕੁਝ ਕਰਦੇ ਹਾਂ, ਆਲ ਡਿਵੀਜ਼ਨ ਕੀਤਾ ਸੀਗਾ, ਉਦੋਂ ਇਹ ਮਜ਼ਾਕ ਉਡਾਉਂਦੇ ਸੀ, ਪਰ ਜਦੋਂ ਉਹਦੇ ਨਾਲ 에ਅਰ ਕੁਆਲਿਟੀ ਠੀਕ ਹੋਈ, ਉਦੋਂ ਇਹਨਾਂ ਦੀ ਸ਼ਕਲਾਂ ਬਣੀਆਂ ਰਹਿ ਗਈਆਂ। ਜਦੋਂ ਅਸੀਂ ਗੱਡੀਆਂ ਨੂੰ ਫੇਜ਼ ਆਊਟ ਕਰਨ ਦੀ ਗੱਲ ਕਰਦੇ ਹਾਂ, ਫਿਰ ਲੈਫਟੀਨੈਂਟ ਗਵਰਨਰ ਸਾਹਿਬ ਵਿੱਚ ੜਿੱਕਾ ਪਾ ਲੈਂਦੇ ਆ। ਅਸੀਂ ਤਾਂ ਬਾਰ-ਬਾਰ ਕਹਿ ਰਹੇ ਹਾਂ ਕਿ ਪੰਜਾਬ ਸਰਕਾਰ ਨੂੰ ਅਸੀਂ ਸਵਾਲ ਪੁੱਛ ਰਹੇ ਹਾਂ, ਚਲੋ ਮੈਂ ਹੋਰ ਸਪਸ਼ਟ ਸ਼ਬਦਾਂ 'ਚ ਪੁੱਛਦਾ, ਤੁਸੀਂ ਸਹਿਮਤ ਹੋ ਇਸ ਐਫੀਡੇਵਿਟ ਦੇ ਨਾਲ ਕਿ ਨਹੀਂ? ਤੁਸੀਂ ਕੇਂਦਰ ਸਰਕਾਰ ਦੇ ਐਫੀਡੇਵਿਟ ਤੋਂ ਸਹਿਮਤ ਹੋ ਕਿ ਨਹੀਂ? ਤੁਸੀਂ ਇਸ ਦੇ ਉੱਪਰ ਆਬਜੈਕਸ਼ਨ ਕਰ ਰਹੇ ਹੋ ਕਿ ਨਹੀਂ, ਇਹਦੋਂ ਕੋਈ ਸੱਚਾਈ ਨਹੀਂ? ਕਿ ਸਰ, ਕੇਂਦਰ ਦਾ ਐਫੀਡੇਵਿਟ ਜਦੋਂ ਕਹਿ ਰਿਹਾ ਕਿ 40% ਕਿਸਾਨਾਂ ਕਰਕੇ ਹੋ ਰਿਹਾ, ਤੇ ਉਹ ਸ਼ਰੇਆਮ ਝੂਠ ਫੜਿਆ ਜਾ ਰਿਹਾ। ਅਸੀਂ ਕਿਵੇਂ ਸਹਿਮਤ ਹੋ ਸਕਦੇ ਹਾਂ ਗੌਰਵ ਜੀ ਇਹਦੇ ਨਾਲ? ਜਦੋਂ ਕੇਂਦਰ ਦਾ ਐਫੀਡੇਵਿਟ ਕਈ ਗਲਤ ਰਿਹਾ, ਜਾਣਕਾਰੀ ਨਹੀਂ। ਸਰ 4% ਨਹੀਂ, ਉਹਨਾਂ ਨੇ ਕਿਹਾ ਕਿ ਪਹਿਲਾਂ 40 ਕਿਹਾ ਸੀ, ਜਦੋਂ ਜੱਜ ਸਾਹਿਬ ਨੇ ਪੁੱਛਿਆ ਉਦੋਂ ਦੇ ਕੇਮ ਡਾਊਨ ਟੂ 4%। ਸੈਕੰਡਲੀ ਜਿਹੜੇ ਕੇਂਦਰ ਦੇ ਐਫੀਡੇਵਿਟ, ਕੇਂਦਰ ਤਾਂ ਇਹ ਕਹਿ ਰਿਹਾ ਮੱਥੇ ਮੜ ਕੇ ਕਿ ਦਿੱਲੀ ਇੱਕ ਇੰਡੀਪੈਂਡੈਂਟ ਕੰਟਰੀ ਹੈ, ਦਿੱਲੀ ਨੂੰ ਆਪ ਚੱਲਣਾ ਚਾਹੀਦਾ। ਭਾਈ ਦਿੱਲੀ ਨੂੰ ਫੁੱਲ ਸਟੇਟ ਬਣਾ ਦਿਓ, ਅਸੀਂ ਕਰਕੇ ਦਿਖਾ ਦਾਂਗੇ ਤੁਹਾਨੂੰ। ਸਾਨੂੰ ਤੁਸੀਂ ਅਲਾਉ ਤਾਂ ਕਰੋ, ਉਹ ਤੁਸੀਂ ਕਰਨਾ ਨਹੀਂ, ਕੰਟਰੋਲ ਤੁਸੀਂ ਦੇਣਾ ਨਹੀਂ, ਪਰ ਮੁੜ ਕੇ ਬਲੇਮ ਲਾਉਣ ਨੂੰ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਤੇ ਲਾ ਦਿੰਦੇ ਹੋ। ਠੀਕ ਹੈ ਅਰਸ਼ਪ੍ਰੀਤ ਜੀ, ਥੋੜਾ ਜਿਹਾ ਇੰਤਜ਼ਾਰ ਕਰਿਓ। ਅੱਜ ਪਹਿਲਾਂ ਮੈਂ ਇੱਕ ਬੀਜੇਪੀ ਦਾ ਰਿਐਕਸ਼ਨ ਜ਼ਰੂਰ ਲੈਣਾ। ਕੁਲਦੀਪ ਧਾਲੀਵਾਲ ਜੀ, ਦੇਖੋ ਪੰਜਾਬ ਦੇ ਲੋਕ ਹੋਣ, ਕਿਸਾਨ ਹੋਣ ਜਾਂ ਦਿੱਲੀ ਦੇ ਲੋਕ ਹੋਣ, ਉਹ ਇਹ ਜਾਣਨਾ ਚਾਹੁੰਦੇ ਨੇ ਕਿ ਆਧਾਰ ਕੀ ਹੈ ਜਿਹੜਾ ਐਫੀਡੇਵਿਟ ਹੈ, ਉਸ ਦੇ ਉੱਤੇ ਇਤਰਾਜ਼ ਚੁੱਕਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਕਿ ਪਹਿਲਾਂ 40% ਕਹਿੰਦੇ ਸੀ, ਜਦੋਂ ਐਫੀਡੇਵਿਟ ਲੈ ਕੇ ਪਹੁੰਚੇ ਤਾਂ 4% ਕਹਿ ਰਹੇ ਹੋ। ਕੁਲਦੀਪ ਜੀ, ਮੇਰੀ ਆਵਾਜ਼ ਆ ਰਹੀ ਹੈ? ਤੁਹਾਡੀ ਆਵਾਜ਼ ਪਹੁੰਚ ਰਹੀ ਹੈ, ਥੋੜੀ ਜਿਹੀ ਘੱਟ ਹੈ। ਹੋਪਫੁਲੀ ਲੋਕਾਂ ਨੂੰ ਸਮਝ ਆਵੇ, ਦਰਸ਼ਕਾਂ ਨੂੰ ਸਮਝ ਆਵੇ। ਹਾਂਜੀ, ਤਾਂ ਮੈਂ ਪਹਿਲਾਂ ਤਾਂ ਜਿਹੜੇ ਸਾਡੇ ਕਿਸਾਨ ਨੇਤਾ ਬੋਲ ਰਹੇ ਸੀਗੇ, ਮੈਂ ਉਹਨਾਂ ਦੀ ਗੱਲ ਦਾ ਜਵਾਬ ਦੇਣਾ ਚਾਹੁੰਦਾ ਕਿ ਜਿਹੜੀ ਗੱਲ 40% ਵਾਲੀ ਹੈ, ਉਹ ਹੈਗੀ ਹੈ ਦੇਸ਼ ਦੇ ਉੱਪਰ, ਕਿਉਂਕਿ ਯਾਰ ਹਿਊਮਿਡਿਟੀ ਜ਼ਿਆਦਾ ਔਰ ਇਸ ਟਾਈਮ ਜਿਹੜਾ ਪੋਲਿਊਸ਼ਨ ਹੁੰਦਾ ਹੈ, ਇਸ ਸਮੇਂ ਜਦੋਂ ਆਪਾਂ ਨੂੰ ਐਨੂਅਲੀ ਸਾਰੇ ਨਾਲ ਕੈਲਕੂਲੇਟ ਕਰਦੇ ਹਾਂ ਤਾਂ 3-4% ਹੀ ਬਣੂਗਾ। ਪਰ ਜਿਹੜਾ ਸਮਾਂ ਹੈ, ਆਹ ਜਿਹੜੇ ਸਮੇਂ ਸਾਨੂੰ ਜ਼ਰੂਰਤ ਪੈਂਦੀ ਹੈ, ਜ਼ਿਆਦਾ ਹਿਊਮਿਡਿਟੀ ਹੁੰਦੀ ਹੈ ਔਰ ਪੋਲਿਊਸ਼ਨ ਬਹੁਤ ਜ਼ਿਆਦਾ ਹੁੰਦਾ, ਜਿਹਦੀ ਲੋਕਡਾਊਨ ਲਾਉਣ ਦੀ ਜ਼ਰੂਰਤ ਪੈਗੀ, ਇਸ ਮੌਕੇ ਕੰਟਰੀਬਿਊਸ਼ਨ ਜਿਹੜਾ ਹੈ ਉਹ ਵੱਧ ਕੇ ਜ਼ਿਆਦਾ ਹੋ ਜਾਂਦਾ। ਪਰ ਇਸ ਚੀਜ਼ ਦੇ ਉੱਪਰ ਵੀ ਕਿਸਾਨਾਂ ਨੂੰ ਬਲੇਮ ਕਰਨਾ, ਉਹ ਜਿਹੜਾ ਹੈਗਾ ਕਿਤੇ ਨਾ ਕਿਤੇ ਸਹੀ ਨਹੀਂ ਹੈਗਾ। ਇਹ ਕੇਂਦਰ ਸਰਕਾਰ ਨੇ ਕਹਿ ਦਿੱਤਾ ਆਪਦੇ ਐਫੀਡੇਵਿਟ, ਉਹ ਗੱਲ ਸਾਨੂੰ ਜਿਹੜੀਆਂ ਰਾਜ ਸਰਕਾਰਾਂ ਜਿਨ੍ਹਾਂ ਨੂੰ ਹੁਣ ਪੰਜਾਬ ਸਰਕਾਰ ਨੂੰ ਵੀ ਆਪਾਂ 200 ਕਰੋੜ ਰੁਪਇਆ ਆਇਆ ਇਹਦੇ ਲਈ, ਔਰ ਜਿਹੜਾ ਉਹ ਗੱਲ ਕਹਿ ਰਹੇ ਸੀ ਜੇ ਸਰਕਾਰ ਚਾਹੁੰਦੀ ਹੋਵੇ ਤਾਂ ਕੋਆਪਰੇਟਿਵ ਸੋਸਾਇਟੀ ਦੇ ਵਿੱਚ, ਤਾਂ ਮੈਂ ਦੱਸ ਦੇਣਾ ਚਾਹੁੰਦਾ ਭਾਈ, ਆਪਾਂ ਕੇਂਦਰ ਸਰਕਾਰ ਨੇ 10,000 FPO ਬਣਾਉਣ ਦੀ ਮਨਜ਼ੂਰੀ ਦਿੱਤੀ ਹੋਈ ਹੈ। ਜੇ ਕੋਈ ਆਪਾਂ ਨੂੰ ਕੋਆਪਰੇਟਿਵ ਸੋਸਾਇਟੀ ਨਹੀਂ ਬਣਾ ਕੇ ਦਿੰਦੀ, ਆਪਾਂ ਆਪਦੇ ਸਮੂਹ ਬਣਾਓ, ਸਰਕਾਰ ਉੱਤੇ ਫ੍ਰੀ ਦੇਊਗੀ ਸਾਰਾ ਕੁਝ। ਜਿੰਨੀਆਂ ਕਿਸਾਨ ਯੂਨੀਅਨਾਂ ਹੈਗੀਆਂ ਆਪਣੀਆਂ, ਇਹ ਸਾਰੇ ਸਮੂਹ ਬਣ ਸਕਦੇ ਆ, ਆਪਾਂ ਲੈ ਸਕਦੇ ਹਾਂ ਸਾਰੀਆਂ ਸਬਸਿਡੀਆਂ ਆਪਾਂ ਨੂੰ, ਜਿਹੜੀਆਂ ਇਕੱਲਾ ਕਿਸਾਨ ਕਿਉਂ ਲਵੇ। ਆਪਾਂ 10-10 ਜਾਣੇ ਇਕੱਠੇ ਹੋ ਕੇ ਇੱਕ ਪਰਾਲੀ ਦਾ ਪ੍ਰਬੰਧ ਕਰੀਏ, ਆਪਦਾ ਗਰੁੱਪ ਬਣਾਈਏ। ਹਰਿਆਣਾ 'ਚ ਕਿਉਂ ਨਹੀਂ ਇੰਪਲੀਮੈਂਟ ਹੋ ਸਕਦਾ ਸਰ? ਹੋਇਆ ਹਰਿਆਣੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇੰਪਲੀਮੈਂਟ ਹੋਇਆ। ਹਰਿਆਣਾ ਸਰਕਾਰ ਨੇ ਤਾਂ ਜਿਹੜਾ ਹੈਗਾ ਉਹ 1000 ਰੁਪਇਆ ਪ੍ਰਤੀ ਏਕੜ ਵੈਸੇ ਵੀ ਦਿੱਤਾ ਹੈ, ਮਤਲਬ ਜਿਹੜਾ ਉਹਨਾਂ ਜਿਹੜਾ ਇਹਨੂੰ ਸੰਭਾਲ ਕਰੋ।
ਉਹ ਹਰਿਆਣਾ ਸਰਕਾਰ ਨੇ ਜੇ ਹਰਿਆਣਾ ਸਰਕਾਰ ਜਿੰਨਾ ਪੰਜਾਬ ਸਰਕਾਰ ਸਟੈਪ ਚੱਕ ਲੈਂਦੀ ਤਾਂ ਆਪਾਂ ਨੂੰ ਇਹ ਨੌਬਤ ਨਹੀਂ ਆਉਣੀ ਸੀ ਅੱਜ ਦਿੱਲੀ ਵਾਲਿਆਂ ਨੂੰ। ਹਰਿਆਣਾ ਚ ਪਰਾਲੀ ਸਾੜੀ ਜਾ ਰਹੀ ਹੈ ਨਾ ਸਰ, ਮੈਂ ਤਾਂ ਇਸ ਕਰਕੇ ਸਵਾਲ ਪੁੱਛ ਰਿਹਾ, ਮੇਰਾ ਕੰਮ ਹੈ ਸਵਾਲ ਪੁੱਛਣਾ, ਹਰਿਆਣਾ ਚ ਪਰਾਲੀ ਸਾੜੀ ਜਾ ਰਹੀ ਹੈ ਕਿ ਨਹੀਂ? ਪਿਛਲੇ ਦਿਨਾਂ ਚ ਖਬਰਾਂ ਆਈਆਂ ਕਰਨਾਲ ਦੇ ਨੇੜੇ ਬਹੁਤ ਸਾਰੇ ਪਰਚੇ ਕਰ ਦਿੱਤੇ ਗਏ। ਬਿਲਕੁਲ ਸਾੜੀ ਜਾ ਰਹੀ ਹੈ, ਪਰ ਜੇ ਕਿਤੇ ਸਾੜੀ ਜਾ ਰਹੀ ਹੈ ਤਾਂ ਐਕਸ਼ਨ ਵੀ ਹੋ ਰਿਹਾ ਹੈ ਔਰ ਇਹ ਸਾਰੀਆਂ ਚੀਜ਼ਾਂ ਆਪਣੇ ਪੰਜਾਬ ਦੇ ਵਿੱਚ ਨਹੀਂ ਵਾਪਰ ਰਹੀਆਂ। ਠੀਕ ਹੈ, ਪੰਜਾਬ ਦੇ ਵਿੱਚ ਨਾ ਹੀ ਕਿਤੇ ਕੋਈ ਐਕਸ਼ਨ ਹੋਇਆ, ਨਾ ਕਿਤੇ ਤੇ ਕੋਈ ਇਹਦਾ ਕੋਈ ਪ੍ਰਬੰਧ ਹੋਇਆ। ਜਿਹੜਾ 250 ਕਰੋੜ ਰੁਪਇਆ ਆਇਆ ਕੇਂਦਰ ਤੋਂ, ਉਹ ਪੈਸਾ ਵੀ ਜਿਹੜਾ ਪੰਜਾਬ ਜਿਹੜਾ ਨੇ ਇੱਧਰ ਉੱਧਰ ਕਰਤਾ, ਕਿਸਾਨਾਂ ਤੱਕ ਨਹੀਂ ਪਹੁੰਚਿਆ ਜੀ। ਔਰ ਇਹ ਸਾਰੀਆਂ ਜਿਹੜੀਆਂ ਆਈਆਂ ਐਂਡ ਟੂ ਐਂਡ ਫਿਰ ਚਲੋ ਇੱਕ ਹੋਣੀ ਠੀਕ ਹੈ, ਤੁਸੀਂ ਹੁਣ ਥੋੜਾ ਹੋਲਡ ਕਰੋ, ਮੈਂ ਇੱਕ ਵਾਰੀ ਕਾਂਗਰਸ ਦਾ ਰੁਖ ਕਰਨਾ, ਇੰਤਜ਼ਾਰ ਵੀ ਕਰ ਰਹੇ ਨੇ ਖੜਿਆਲ ਸਾਹਿਬ ਬਹੁਤ ਦੇਰ ਤੋਂ। ਅਰਜੀ ਤੁਹਾਡਾ ਫਸਟ ਰਿਐਕਸ਼ਨ ਵੀ ਤੇ ਦੂਜੇ ਪਾਸੇ ਦੋ ਚੀਜ਼ਾਂ ਵੀ। ਪਹਿਲੀ ਗੱਲ ਇਹ ਹੈ ਕਿ ਬੀਜੇਪੀ ਦੱਸ ਰਹੀ ਹੈ ਕਿ ਹਰਿਆਣਾ ਦੇ ਵਿੱਚ ਇੱਕ ਮਾਡਲ ਹੈ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ, ਤੇ ਉਹ ਮਾਡਲ ਇੰਪਲੀਮੈਂਟ ਪੰਜਾਬ 'ਚ ਕਿਉਂ ਨਹੀਂ ਹੁੰਦਾ? ਉਹ ਕਹਿ ਰਹੇ ਨੇ ਕਿ ਹਰਿਆਣਾ 'ਚ ਪਰਾਲੀ ਸਾੜੀ ਜਾ ਰਹੀ ਹੈ, ਉਹ ਇਸ ਤੋਂ ਮਨਾ ਨਹੀਂ ਕਰ ਰਹੇ, ਪਰ ਉਹ ਕਹਿੰਦੇ ਨੇ ਕਿ ਪੰਜਾਬ ਦੇ ਨਾਲੋਂ ਬਹੁਤ ਘੱਟ ਹੈ। ਦੂਜਾ ਪੁਆਇੰਟ 250 ਕਰੋੜ ਕੋਣੀ ਇਸਤੇਮਾਲ ਹੋਇਆ, ਬੀਜੇਪੀ ਦਾ ਇਲਜ਼ਾਮ ਹੈ। ਤੇ ਸਭ ਦੇ ਵਿਚਾਲੇ ਆਮ ਆਦਮੀ ਪਾਰਟੀ ਤੁਹਾਨੂੰ ਸਵਾਲ ਕਰ ਰਹੀ ਹੈ ਕਿ ਤੁਸੀਂ ਕੋਈ ਬਦਲ ਦਾ ਪ੍ਰਬੰਧ ਨਹੀਂ ਕੀਤਾ। ਦੇਖੋ ਅਦਾਲਤ ਤੁਹਾਨੂੰ ਝਾੜ ਪਾ ਰਹੀ ਹੈ, ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਕਿ ਤੁਸੀਂ ਕੀਤਾ ਕੀ, ਤਾਂ ਕਿ ਜ਼ਰੂਰ ਇਸ ਦੇ ਉੱਤੇ ਗੱਲ ਕਰਦੇ ਹੋ, ਪਰ ਤੁਸੀਂ ਬਦਲ ਨਹੀਂ ਦਿੱਤਾ ਕਿਸਾਨਾਂ ਨੂੰ ਕੋਈ। ਗਲਤ ਗੌਰਵ ਜੀ, ਮੈਨੂੰ 1 ਮਿੰਟ ਅਨਇੰਟਰਪਟਡ ਦੇ ਦਿਓ। ਪਹਿਲੀ ਗੱਲ, ਆਮ ਆਦਮੀ ਪਾਰਟੀ ਦਾ ਦੋਗਲਾ ਚਿਹਰਾ ਅੱਗੇ ਆ ਗਿਆ। ਆਮ ਆਦਮੀ ਪਾਰਟੀ ਐਕਸਪੋਜ਼ ਹੋ ਚੁੱਕੀ ਹੈ। ਇਹਨਾਂ ਨੇ ਜਨਾਬ ਐਫੀਡੇਵਿਟ ਦਿੱਤਾ ਸੁਪਰੀਮ ਕੋਰਟ ਦੇ ਵਿੱਚ। ਐਫੀਡੇਵਿਟ ਦੇ ਵਿੱਚ ਇਹਨਾਂ ਨੇ ਲਿਖਿਆ ਪਤਾ ਕੀ, ਵੀ ਪਰਾਲੀ ਸਾੜਨਾ ਇੱਕ ਲੌਤਾ ਕਾਰਨ ਹੈ ਜਿਹਦੇ ਕਰਕੇ ਪੋਲਿਊਸ਼ਨ ਦਿੱਲੀ 'ਚ ਹੁੰਦਾ ਹੈ। ਪੰਜਾਬ ਦੇ ਕਿਸਾਨ ਕਰਦੇ ਆ, ਪਰਾਲੀ ਸਾੜਦੇ ਆ ਤੇ ਇਫੈਕਟ ਹੁੰਦਾ ਦਿੱਲੀ। ਜਿਹਨੂੰ ਰੀਡ ਕਰਦੇ ਹੋਏ ਐਫੀਡੇਵਿਟ ਨੂੰ ਸੁਪਰੀਮ ਕੋਰਟ ਜੱਜ ਸਾਹਿਬ ਨੇ ਕਿਹਾ ਕਿ ਤੁਸੀਂ ਫਾਰਮਰਸ ਨੂੰ ਬੈਸ਼ ਕਰ ਰਹੇ ਹੋ, ਦੁਸ਼ਮਣੀ ਵੈਂਡੇਟਾ ਕੱਢ ਰਹੇ ਹੋ। ਨਾਲੇ ਕਿਹਾ ਵੀ ਇਹ ਲੇਮ ਐਕਸਕਿਊਜ਼ ਹੈ ਕਿਉਂਕਿ ਸਟਬਲ ਬਰਨਿੰਗ ਕਰਕੇ, ਪਰਾਲੀ ਸਾੜਨ ਕਰਕੇ ਤਾਂ ਸਿਰਫ 4% ਧੂਆ ਹੁੰਦਾ ਹੈ। ਇਹ ਤੁਹਾਡੀ ਨਲਾਇਕੀ ਹੈ। ਦੂਜਾ, ਮੈਂ ਇੱਕ ਬਹੁਤ ਵੱਡਾ ਇੱਥੇ ਰੈਵਲੇਸ਼ਨ ਕਰਨ ਜਾ ਰਿਹਾ। ਇਹਨਾਂ ਨੇ 1286 ਕਰੋੜ ਰੁਪਇਆ ਕਲੈਕਟ ਕੀਤਾ ਆਮ ਆਦਮੀ ਪਾਰਟੀ ਨੇ এনवायरमेंट ਲਈ। ਸਾਹਿਬ ਠੀਕ ਹੈ, এনवायरमेंट ਲਈ ਤੁਸੀਂ 1286 ਕਰੋੜ ਕਲੈਕਟ ਕੀਤਾ, ਉਹ ਰੁਪਇਆ ਗਿਆ ਕਿੱਥੇ? ਸੁਪਰੀਮ ਕੋਰਟ ਨੇ ਫੇਰ ਕਿਹਾ, ਜੱਜ ਸਾਹਿਬ ਕਹਿੰਦੇ ਵੀ ਅਸੀਂ ਪਰਸਨਲੀ ਆਡਿਟ ਕਰਾਂਗੇ, ਜੇ ਇਹ ਹਰਕਤਾਂ ਤੁਸੀਂ ਨਹੀਂ ਬੰਦ ਕਰੋਗੇ, ਲੇਮ ਐਕਸਕਿਊਜ਼ ਦਓਗੇ, ਅਸੀਂ ਤੁਹਾਡਾ ਖਰਚਾ, ਤੁਹਾਡੀ ਰੈਵਨਿਊ, ਤੁਹਾਡੀ ਅਰਨਿੰਗ ਨੂੰ ਆਡਿਟ ਕਰਾਂਗੇ, ਚੈੱਕ ਕਰਾਂਗੇ ਵੀ ਪੈਸੇ ਗਏ ਕਿੱਥੇ। ਇਹਨਾਂ ਨੇ ਸਾਹਿਬ 970 ਕਰੋੜ ਰੁਪਏ ਐਡਵਰਟਾਈਜ਼ਮੈਂਟਸ ਤੇ ਐਡਸ ਦੇ ਉੱਤੇ ਲਾਏ, ਪੋਲਿਊਸ਼ਨ ਸਲੋਗਨਸ ਦੇ ਉੱਤੇ ਲਾਏ। ਫਿਰ ਉਹਦਾ ਆਪਣਾ ਅਸਰ ਕਿਉਂ ਨਹੀਂ ਹੋਇਆ? ਇਹ ਸਿਰਫ ਕਰਦੇ ਕੀ ਹੈ, ਪੈਸਾ ਲੋਕਾਂ ਦਾ, ਟੈਕਸ ਪੇਅਰ ਦਾ ਵੇਸਟ ਕਰਦੇ ਆ ਤੇ ਕੋਈ ਚੀਜ਼ ਇਹਨਾਂ ਨੇ ਕੀਤੀ ਨਹੀਂ। ਦੂਜਾ, ਕੇਜਰੀਵਾਲ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ। ਉਹਨਾਂ ਨੇ ਪੰਜਾਬ ਨੂੰ, ਪੰਜਾਬ ਦੇ ਕਿਸਾਨਾਂ ਨੂੰ ਡਿਫੇਮ ਕੀਤਾ ਪੂਰੀ ਦੁਨੀਆ ਅੱਗੇ। ਉਹਨਾਂ ਨੇ ਇਲਜ਼ਾਮ ਲਾਇਆ, ਇਹ ਕੇਜਰੀਵਾਲ ਸਾਹਿਬ ਜਿਵੇਂ ਅਜੇ ਦੇਵਗਨ ਜੀ ਫਿਲਮ 'ਚ ਨਹੀਂ, 2 ਗੱਡੀਆਂ ਤੇ ਲੱਤਾਂ ਰੱਖ ਕੇ ਚੱਲ ਰਹੇ ਸੀਗੇ, ਮੂਹਰੋਂ ਪੋਲ ਆ ਜਾਂਦਾ। ਕੇਜਰੀਵਾਲ ਸਾਹਿਬ ਦਾ ਤੁਸੀਂ ਦੇਖੋ ਸਟੈਂਡ ਕਦੇ ਕਲੀਅਰ ਨਹੀਂ ਹੋਇਆ। ਦਿੱਲੀ ਵੱਲ ਵੀ ਇਹ ਚਾਹੁੰਦੇ ਮੇਰਾ ਝੁਕਾਵ ਰਵੇ, ਮੇਰਾ ਪੰਜਾਬ ਵੱਲ ਵੀ ਰਵੇ। ਤੁਸੀਂ ਚੀਜ਼ ਦੇਖੋ ਗੌਰਵ ਜੀ, 4.5 ਸਾਲ ਸਾਹਿਬ ਨੇ ਮੂੰਹ ਨਹੀਂ ਪੰਜਾਬ ਵੱਲ ਕੀਤਾ। ਹੁਣ ਜਦੋਂ ਇਲੈਕਸ਼ਨਸ ਆ ਗਏ, ਹੁਣ ਕਿਸਾਨ ਵੀ ਚੰਗੇ ਹੋ ਗਏ, ਹੁਣ ਪਰਾਲੀ ਵੀ ਨਹੀਂ ਸੜਦੀ, ਤੇ ਹੁਣ ਇਹਨਾਂ ਨੇ ਆਪਣੇ ਐਫੀਡੇਵਿਟ ਨੇ ਸ਼ੁਰੂ ਕਰਤੇ। ਹੁਣ ਇਹਨਾਂ ਜਵਾਬ ਨਾਲ ਤਿਆਰ ਸਾਹਿਬ, ਅਹਿਬਾਬ ਜੀ ਜਵਾਬ ਨਾਲ ਤਿਆਰ ਨੇ, ਆਪਾਂ ਜਵਾਬ ਨਾਲ ਦੀ ਨਾਲ ਲੈ ਲਈ। ਅਹਿਬਾਬ ਜੀ ਠੀਕ ਹੈ, ਅਰਸ਼ੀ ਤੁਹਾਡੇ ਬਹੁਤ ਸਾਰੇ ਪੁਆਇੰਟਸ ਆ ਗਏ, ਇੱਕ ਵਾਰੀ ਰਿਐਕਸ਼ਨ ਲੈ ਲੈਣ ਗੌਰਵ ਜੀ। ਦੇਖੋ ਅਰਸ਼ ਜੀ ਨੇ ਹੁਣ ਜੇ ਅਰਸ਼ ਜੀ ਨੇ ਫਿਲਮੀ ਐਨਾਲੋਜੀ ਦਿੱਤੀ ਹੈ, ਤਾਂ ਮੈਂ ਇਹਨਾਂ ਨੂੰ ਦੱਸਣਾ ਚਾਹੂੰਗਾ ਕਿ ਭਾਈ ਸ਼ੂਟਿੰਗ ਨਹੀਂ ਚੱਲ ਰਹੀ, ਜੋਸ਼ ਥੋੜਾ ਜਿਹਾ ਘੱਟ ਕਰੋ, ਬੀਪੀ ਹਾਈ ਹੋ ਜਾਣਾ, ਪਹਿਲੀ ਗੱਲ। ਦੂਜੀ ਗੱਲ ਸਰ, ਅਸੀਂ 1-1 ਰੁਪਈਆ, ਵੀ ਆਰ ਓਪਨ ਟੂ ਐਨੀ ਆਡਿਟ। এনवायरमेंट ਦੇ ਨਾਮ ਤੇ ਜੇ ਪੈਸਾ ਇਕੱਠਾ ਹੋਇਆ, ਵੀ ਆਰ ਓਪਨ ਫॉर ਐਨੀ ਆਡਿਟ। ਤੁਹਾਨੂੰ ਕੀ ਲੱਗਦਾ ਅਸੀਂ ਵੈਸੇ ਹੀ ਦਿੱਲੀ 'ਚ ਬੈਠੇ ਹਾਂ, ਜਿੱਥੇ ਬੀਜੇਪੀ ਸਰਕਾਰ ਹੋਵੇ, ਮਿੰਟ ਤੇ ਸਾਡੇ ਤੇ ਇਹਨਾਂ ਨੇ ਚੈੱਕ ਬੈਲੈਂਸ ਕੀਤੇ ਹੋਣ, ਤੇ ਸਾਡੇ ਤੇ ਇੱਕ ਨਵੇਂ ਪੈਸੇ ਦੀ ਕੋਈ ਕਿਤੇ ਗਰਾਬੀ ਹੋ ਜਵੇ, ਅਸੀਂ ਜ਼ਿੰਮੇਵਾਰ ਹਾਂ। ਪਰ ਇੰਪੋਰਟੈਂਟ ਗੱਲ ਗੌਰਵ ਜੀ ਇਹ ਹੈ, ਇਸ ਸਾਰੀ ਗੱਲ 'ਚ ਮੈਨੂੰ ਇਹ ਨਹੀਂ ਸਮਝ ਆਇਆ ਕਿ ਪੰਜਾਬ ਸਰਕਾਰ ਨੇ ਪਰਾਲੀ ਦੀ ਪ੍ਰੋਬਲਮ ਦਾ ਹੱਲ ਕਰਨ ਦਾ ਕੀਤਾ ਕੀ। ਸਵਾਲ ਤੁਸੀਂ ਕੁਝ ਪੁੱਛਿਆ ਸੀਗਾ, ਇਹ ਬਲੇਮ ਗੇਮ 'ਚ ਲੱਗ ਗਏ। ਇਹੀ ਪ੍ਰੋਬਲਮ ਹੈ ਗੌਰਵ ਜੀ, ਆਪ ਕਰਨਾ ਕੁਛ ਨਹੀਂ, ਦੂਜੇ ਦੇ ਚੱਕ ਕੇ ਚੀਕਾਂ ਮਾਰਨੀਆਂ ਸ਼ੁਰੂ ਕਰ ਦੇਣੀਆਂ ਨੇ। ਇਹ ਤਾਂ ਦੱਸ ਦੇਣ, ਇੰਨੇ ਸਾਲਾਂ ਦਾ ਰੌਲਾ ਪੈ ਰਿਹਾ ਭਾਈ, ਅਸੀਂ ਤਾਂ ਦਵਾਈ ਬਣਾਤੀ ਦਿੱਲੀ 'ਚ, ਅਸੀਂ ਤਾਂ ਦਿੱਲੀ ਦੇ ਕਿਸਾਨਾਂ ਨੂੰ ਦਵਾਈ ਦੇਤੀ। ਤੁਸੀਂ ਉਸ ਐਫੀਡੇਵਿਟ ਦਾ ਇਲਜ਼ਾਮ ਹੈ, ਨਹੀਂ 1 ਸੈਕਿੰਡ, ਤੁਹਾਡੇ ਪੁਆਇੰਟ ਤੇ ਮੈਂ ਜਵਾਬ ਦੇਵਾਂਗਾ, ਪਰ ਇੱਕ ਪੁਆਇੰਟ ਤੁਸੀਂ ਦੱਸ ਦਿਓ। ਅਰਸ਼ ਜੀ ਕਹਿੰਦੇ ਕਿ ਅਦਾਲਤ ਦੇ ਵਿੱਚ ਆਮ ਆਦਮੀ ਪਾਰਟੀ ਜਾਂ ਦਿੱਲੀ ਸਰਕਾਰ ਨੇ ਐਫੀਡੇਵਿਟ ਦਿੱਤਾ ਕਿ ਪਰਾਲੀ ਇਜ਼ ਦਾ ਓਨਲੀ ਰੀਜ਼ਨ, ਯਾਨੀ ਇੱਕ ਮਾਤਰ ਵਜ੍ਹਾ ਹੈ ਪ੍ਰਦੂਸ਼ਣ ਦੀ ਪਰਾਲੀ।
मैं ਇੱਥੇ ਥੋੜੀ ਜਿਹੀ ਅਰਸ਼ੀ ਨੂੰ ਕਰੈਕਸ਼ਨ ਕਰੂੰਗਾ ਐਫੀਡੇਵਿਟ ਉਹਨਾਂ ਕੋ ਹੈ ਨਹੀਂ ਮੈਂ ਪੜਿਆ ਹੋਇਆ ਉਹਨਾਂ ਨੇ ਕਿਹਾ that stubble burning in Punjab and Haryana is also one of the reasons for pollution in the Delhi NCR area ਉਹਨਾਂ ਨੇ ਓਨਲੀ ਰੀਜ਼ਨ ਨਹੀਂ ਕਿਹਾ ਇੱਕ ਸ਼ਬਦ ਦੇ ਹੇਰ-ਫੇਰ ਨਾਲ ਬਹੁਤ ਫਰਕ ਪੈ ਜਾਂਦਾ ਗੌਰਵ ਜੀ ਜੇ ਇਹਨਾਂ ਨੂੰ ਲੱਗਦਾ ਕਿ ਅਸੀਂ ਇਹ ਜਿਹਾ ਓਨਲੀ ਵਾਲਾ ਦਿੱਤਾ ਹੋਵੇ ਤੇ ਉਹ ਦਿਖਾ ਦੇਣ ਮੈਂ ਓਪਨ ਫॉर ਐਨੀ ਸਕੂਟਨੀ ਹੈ ਵੀ ਆਰ ਓਪਨ ਫॉर ਐਨੀ ਆਡਿਟ ਪਰ ਆਪ ਦਾ ਜਵਾਬ ਦੇ ਦੇਣ ਓਨਲੀ ਰੀਜ਼ਨ ਦਾ ਮਤਲਬ ਹੋ ਜਾਏਗਾ ਇੱਕੋ ਇੱਕ ਹਾਂ ਨਹੀਂ ਮੈਂ ਜਵਾਬ ਲਵਾਂਗਾ ਓਨਲੀ ਰੀਜ਼ਨ ਦਾ ਮਤਲਬ ਹੋ ਗਿਆ ਕਿ ਇੱਕੋ ਵਜ੍ਹਾ ਹੈ ਪਰਾਲੀ ਆਲਸੋ ਵਨ ਆਫ ਦਾ ਰੀਜ਼ਨ ਦਾ ਮਤਲਬ ਹੋ ਗਿਆ ਕਿ ਵੀ ਇੱਕ ਵਜ੍ਹਾ ਯਾਨੀ ਹੋਰ ਵੀ ਵਜ੍ਹਾ ਹੈਗੀਆਂ ਨੇ ਤੇ ਪਰਾਲੀ ਵੇਖ ਵਜ੍ਹਾ ਅਰਜੀ ਜੀ ਹੁਣ ਮੇਰੀ ਹੈ ਬਾਬ ਜੀ ਆ ਕਾਈਂਡਲੀ ਗੱਲ ਸਮਝੋ ਇੱਕ ਸਵਾਲ ਹੈ ਉਸ ਸਵਾਲ ਦਾ ਜਵਾਬ ਮੈਨੂੰ ਸੁਣ ਕੇ ਦਿਓ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਦੇ ਵਿੱਚ ਸਬਮਿਟ ਕੀਤਾ ਜਿਹਦੇ ਕਰਕੇ ਸੁਪਰੀਮ ਕੋਰਟ ਜੱਜ ਸਾਹਿਬ ਨੇ ਝਿੜਕਿਆ ਆਮ ਆਦਮੀ ਪਾਰਟੀ ਗਵਰਨਮੈਂਟ ਨੂੰ ਵੀ ਤੁਸੀਂ ਕਿਸਾਨਾਂ ਤੇ ਵੈਂਡੇਟਾ ਕਰ ਰਹੇ ਹੋ ਬੈਸ਼ ਕਰ ਰਹੇ ਹੋ ਇਕਲੌਤਾ ਕਾਰਨ ਦੱਸ ਰਹੇ ਹੋ ਜਾਂ ਜਿਹੜਾ ਤੁਹਾਡਾ ਇਹਨਾਂ ਨੇ ਆਪਣਾ ਇੱਕ ਬਣਾਤਾ ਨਾ ਵੀ ਆਲਸੋ ਵਨ ਆਫ ਦੀ ਰੀਜ਼ਨ ਤੁਸੀਂ ਇਹੀ ਦੱਸ ਦਿਓ ਵੀ 4% ਪਰਾਲੀ ਸਾੜਨ ਕਰਕੇ ਜਿਹੜਾ ਪੋਲਿਊਸ਼ਨ ਹੁੰਦਾ ਹੈ ਉਹਦਾ ਕੋਈ ਮਹੱਤਵ ਹੈ ਉਹਦਾ ਕੋਈ ਆਪਣਾ ਰੋਲ ਹੈ ਜੋ ਉੱਥੇ ਦੇ ਵਿੱਚ ਪੋਲਿਊਸ਼ਨ ਹੋ ਰਿਹਾ ਇਹ ਸਵਾਲ ਹੈ ਦੂਜਾ ਮੈਂ ਇੱਕ ਚੀਜ਼ ਇਹਨਾਂ ਨੂੰ ਕਲੈਰੀਫਾਈ ਕਰਦਾ ਇਹ ਕਹ ਰਹੇ ਫਿਲਮੀ ਗੱਲਾਂ ਕੇਜਰੀਵਾਲ ਸਾਹਿਬ ਕਰਨੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਜਿਹੜਾ ਝੂਠ ਤਬਾਨ ਬੋਲਦੇ ਆ ਉਹ ਤੋਂ ਬਾਅਦ ਆ ਕੇ ਇੱਥੇ ਵੋਟਾਂ ਮੰਗਣ ਆ ਜਾਂਦੇ ਆ ਕੰਮ ਨਹੀਂ ਬਣਨਾ ਅਬ ਨੂੰ ਤੁਸੀਂ ਡਿਫੇਮ ਕਰ ਰਹੇ ਹੋ ਕਿਸਾਨਾਂ ਨੂੰ ਤੁਸੀਂ ਡਿਫੇਮ ਕਰ ਰਹੇ ਹੋ ਪਰਾਲੀ ਸਾੜਦੇ ਕਹਿੰਦੇ ਵੀ ਇਹਨਾਂ ਨੇ ਅੱਛਾ ਗੌਰਵ ਜੀ ਇਹਨਾਂ ਨੂੰ ਪਤਾ ਕੀ ਸੀਗਾ ਵੀ ਚੁੱਪ ਚਪੀਤੇ ਕਰ ਲਾਂਗੇ ਐਫੀਡੇਵਿਟ ਦੇ ਦਾਂਗੇ ਕਿਸੇ ਨੇ ਪੁੱਛਣਾ ਨਹੀਂ ਕਰਨਾ ਨਹੀਂ ਜਾ ਕੇ ਵੋਟਾਂ ਬਟੋਰ ਲਾਂਗੇ ਪੰਜਾਬ ਦੀ ਜਨਤਾ ਹਿੰਦੁਸਤਾਨ ਦੀ ਜਨਤਾ ਸਮਝਦਾਰ ਹੈ ਉਹਨਾਂ ਨੂੰ ਬੇਵਕੂਫ ਸਮਝਦੇ ਤੁਹਾਡੀ ਸਭ ਤੋਂ ਵੱਡੀ ਬੇਵਕੂਫੀ ਹੈ ਸਾਰੇ ਲੋਕ ਸਮਝਦੇ ਕਿ ਆਮ ਆਦਮੀ ਪਾਰਟੀ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਤੇ ਵੀ ਲੱਤ ਰੱਖੀ ਜਾਵੇ ਤੇ ਦਿੱਲੀ 'ਚ ਵੀ ਰੱਖੀ ਜਾਵੇ ਤੇ ਐਸਵਾਈਐਲ ਦਾ ਮੁੱਦਾ ਆਪਾਂ ਜਵਾਬ ਲੈ ਲਈਏ ਨਹੀਂ ਦੇਖੋ ਉਹ ਸਵਾਲ ਅਜੇ ਵੀ ਸਟੈਂਡ ਕਰ ਰਿਹਾ ਅਰਜੀ ਜਿਹੜਾ ਮੈਂ ਪਹਿਲਾਂ ਪੁੱਛਿਆ ਸੀ ਤੁਹਾਨੂੰ ਕਿ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਤੁਸੀਂ ਕੀ ਬਦਲ ਦਿੱਤਾ ਸਰਕਾਰ ਤੁਹਾਨੂੰ ਕਹਿੰਦੀ ਹੈ ਕਿ ਤੁਸੀਂ ਬਦਲ ਕੀ ਦਿੱਤਾ ਗੌਰਵ ਜੀ 2 ਸੈਕਿੰਡ ਦੇ ਦੇਣਾ ਫਰਟੀਲਾਈਜ਼ਰਸ ਪ੍ਰੋਵਾਈਡ ਕੀਤੇ ਮੈਂ 10 ਦਿਨਾਂ ਦਾ ਜਵਾਬ ਦੇ ਦੇਣਾ ਫਰਟੀਲਾਈਜ਼ਰਸ ਬੀਜੇਪੀ ਵਾਲੇ ਪੁੱਛਦੇ ਨੇ 250 ਕਰੋੜ ਰੁਪਇਆ ਆਇਆ ਸੀ ਉਹ ਨਹੀਂ ਤੁਸੀਂ ਇਸਤੇਮਾਲ ਕੀਤਾ ਅਸੀਂ ਫਰਟੀਲਾਈਜ਼ਰਸ ਪ੍ਰੋਵਾਈਡ ਕੀਤੇ ਸੀ ਤਾਂ ਕਿ ਪਰਾਲੀ ਸਾੜਨ ਦੀ ਲੋੜ ਨਾ ਪਵੇ ਅਸੀਂ ਕੰਪਨਸੇਸ਼ਨ ਵੀ ਦਿੱਤੀ ਹੈ ਮੁਆਵਜ਼ਾ ਦਿੱਤਾ ਹੈ ਤੇ ਮੇਕ ਸ਼ੋਰ ਕੀਤਾ ਕਿ ਗ੍ਰੀਵੈਂਸ ਰਿਡਰੈਸਲ ਬਣਾਈ ਜਾਵੇ ਕਮੇਟੀ ਤਾਂ ਕਿ ਕਿਸਾਨ ਨੂੰ ਇਹ ਚੀਜ਼ ਕਰਨ ਦੀ ਲੋੜ ਨਾ ਪਵੇ ਸਿੱਧਾ ਸਰਕਾਰ ਕੋਲ ਆ ਕੇ ਇਸ ਚੀਜ਼ ਦਾ ਸੋਲੂਸ਼ਨ ਲੱਭਿਆ ਜਾ ਸਕੇ ਅਜੇ ਕਹਿ ਰਿਹਾ ਕੀਤਾ ਕਿ ਪਹਿਲਾਂ ਮਾਫੀ ਮੰਗੋ ਪੰਜਾਬ ਨੂੰ ਡਿਫੇਮ ਕਰ ਲਈ ਪੰਜਾਬ ਦੇ ਕਿਸਾਨਾਂ ਨੂੰ ਡਿਫੇਮ ਕਰ ਲਈ ਠੀਕ ਹੈ ਰਮਨੀਤ ਜੀ ਕੁਝ ਕਹਿ ਰਹੇ ਨੇ ਉਸ ਤੋਂ ਬਾਅਦ ਆਣਾ ਹੈ ਬਾਬ ਜੀ ਮੈਂ ਤੁਹਾਡੇ ਕੋਲ ਰਮਨੀਤ ਜੀ ਕੁਝ ਕਹਿਣਾ ਚਾਹ ਰਹੇ ਨੇ ਉਹ ਐਡ ਕਰਨਗੇ ਇਸ ਦੇ ਵਿੱਚ ਤੁਸੀਂ ਇਕੱਠਾ ਜਵਾਬ ਦਿਓ ਰਮਨੀਤ ਜੀ ਗੌਰਵ ਜੀ ਇੱਕ ਗੱਲ ਤਾਂ ਮੈਂ ਦੱਸਣਾ ਚਾਹੁੰਦਾ ਵੀ ਨਾ ਹੀ ਕੋਈ ਸਾਨੂੰ ਸਬਸਿਡੀ ਦਿੱਤੀ ਗਈ ਹੈ ਨਾ ਹੀ ਕੋਈ ਇਨਸੈਂਟਿਵ ਦਿੱਤਾ ਗਿਆ ਜਿਹੜਾ ਅਸੀਂ ਮੰਗ ਰਹੇ ਹਾਂ ਅਸੀਂ 100 ਰੁਪਇਆ ਪਰ ਕੁਇੰਟਲ ਦੀ ਮੰਗ ਕਾਫੀ ਦੇਰ ਤੋਂ ਕਰ ਰਹੀਆਂ ਯੂਨੀਅਨਸ ਪਰ ਨਹੀਂ ਮਿਲਿਆ ਦੂਸਰੀ ਗੱਲ ਇੱਕ ਕਾਰਬਨ ਕ੍ਰੈਡਿਟ ਹੁੰਦਾ ਸ਼ਾਇਦ ਮੇਰੇ ਦੋਸਤ ਜਿਹੜੇ ਬੈਠੇ ਆ ਮੇਰੇ ਨਾਲ ਉਹਨਾਂ ਨੂੰ ਪਤਾ ਹੋਵੇ ਜੇ ਤੁਸੀਂ ਕਿਸਾਨ ਦੇ ਇੱਕ ਕਾਰਬਨ ਕ੍ਰੈਡਿਟ ਵੀ ਬਾਏ ਕਰ ਲੈਣਾ CSR ਤਾਂ ਉਹਨੂੰ ਕੁਝ ਪੈਸੇ ਮਿਲ ਜਾਣਗੇ ਤਾਂ ਕਿ ਉਹ ਕੰਟਰੀਬਿਊਸ਼ਨ ਕਰੂਗਾ এনवायरमेंट ਦੇ ਵਿੱਚ ਉਹ ਵੀ ਆਪਣੇ ਇੱਥੇ ਲਾਗੂ ਨਹੀਂ ਹੋਇਆ ਪਿੰਡਾਂ ਤੱਕ ਪਹੁੰਚ ਨਹੀਂ ਹੋਈ ਨਾ ਉਹਦਾ ਕੋਈ ਕਹਿੰਦੇ ਹੁੰਦੇ ਆ ਉਹਦੇ ਬਾਰੇ ਐਜੂਕੇਸ਼ਨ ਹੈ ਨਾਲ ਕਿਸਾਨ ਨੂੰ ਦੱਸਿਆ ਜਾ ਰਿਹਾ ਅਸੀਂ ਕੋਸ਼ਿਸ਼ ਕਰਦੇ ਹਾਂ ਪਰ ਇੰਨਾ ਪਹੁੰਚ ਨਹੀਂ ਸਕੇ ਅਸੀਂ ਕਿਸਾਨਾਂ ਤੱਕ ਜਿੰਨਾ ਸਰਕਾਰ ਪਹੁੰਚ ਸਕਦੀ ਹੈ ਥਰਡ ਥਿੰਗ ਇੱਕ ਗੱਲ ਦੱਸਦਾ ਜੀ ਖੰਡੂਰ ਸਾਹਿਬ ਵੱਲ ਕੁਝ ਜਿਹੜੇ ਕਹਿੰਦੇ ਹੁੰਦੇ ਆਪਣੀ ਰਿਲੀਜੀਅਸ ਸੰਸਥਾਵਾਂ ਸੀ ਜਾਂ ਕੁਝ ਸੀ ਉਹਨਾਂ ਨੇ ਕੁਝ ਮਸ਼ੀਨਰੀ ਬਾਏ ਕੀਤੀ ਤੇ ਲੋਕਾਂ ਨੂੰ ਫ੍ਰੀ ਆਫ ਕਾਸਟ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਆਪਦੇ ਜਿਹੜਾ ਦੇਖਭਾਲ ਕਰੋ ਆਪਦਾ ਸਟਬਲ ਦੀ ਤੁਸੀਂ ਇਹਨੂੰ ਬਰਨ ਨਾ ਕਰੋ ਕਿ ਜੇ NGO ਜਾਂ ਜਿਹੜੀਆਂ ਸੰਸਥਾਵਾਂ ਉਹ ਕਰ ਸਕਦੀਆਂ ਤਾਂ ਸਰਕਾਰ ਨਹੀਂ ਕਰ ਸਕਦੀ ਸੀ ਬਲੇਮ ਕਰਨ ਨਾਲੋਂ ਸਰਕਾਰ ਕੁਝ ਐਕਸ਼ਨ ਲੈਂਦੀ ਮੈਂ ਫਿਰ ਦੁਬਾਰਾ ਪੁੱਛ ਰਿਹਾ ਤੁਸੀਂ ਪੰਜਾਬ ਸਰਕਾਰ ਨੂੰ ਕਹਿ ਰਹੇ ਹੋ ਰਮਨੀਤ ਜੀ ਮੈਂ ਫਿਰ ਦੁਬਾਰਾ ਪੁੱਛ ਰਿਹਾ ਥੋੜਾ ਸਪੈਸੀਫਿਕ ਹੋਵੇ ਪੰਜਾਬ ਸਰਕਾਰ ਨੂੰ ਕਹਿ ਰਹੇ ਹੋ ਬਿਲਕੁਲ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੋਨਾਂ ਨੂੰ ਕਹਿ ਰਿਹਾ ਥਰਡ ਥਿੰਗ ਇੱਕ ਹੋਰ ਦੱਸਦਾ ਜੀ ਅਜੇ ਵੀ ਟਾਈਮ ਹੈ 10 ਦਿਨ ਦਾ ਕੱਲ ਨੂੰ ਆਪਣੇ ਮਾਨਯੋਗ CM ਸਾਹਿਬ ਆਰਡਰ ਕਰਨ ਮਸ਼ੀਨਾਂ ਤਿਆਰ ਪਈਆਂ ਹਰ ਸੁਸਾਇਟੀ ਨੂੰ 5-5 ਮਸ਼ੀਨਾਂ ਦੇ ਦਿਓ ਇਸ ਤੋਂ ਬਾਅਦ ਇੱਕ ਵੀ ਦਾਣਾ ਕਹਿੰਦੇ ਹੁੰਦੇ ਇੱਕ ਵੀ ਕਿਸੇ ਖੇਤ ਦੇ ਵਿੱਚ ਅੱਗ ਨਹੀਂ ਲੱਗੂਗੀ ਕਿਸਾਨ ਕਿੱਥੋਂ ਪੈਸੇ ਲਾ ਲੇ 100 ਰੁਪਏ ਲੀਟਰ ਨਾਲ ਕਿਵੇਂ ਬਾਲ ਲੇ ਕਿ ਇੱਕ ਢਾਲੀਵਾਲ ਸਾਹਿਬ ਦੀ ਗੱਲ ਦਾ ਮੈਂ ਜਵਾਬ ਦੇਣਾ ਚਾਹੁੰਦਾ ਸੀ ਢਾਲੀਵਾਲ ਸਾਹਿਬ ਕਹਿੰਦੇ ਵੀ ਐਕਸ਼ਨ ਨਹੀਂ ਹੋ ਰਿਹਾ ਢਾਲੀਵਾਲ ਸਾਹਿਬ ਐਕਸ਼ਨ ਦੀ ਲੋੜ ਨਹੀਂ ਆਪਾਂ ਨੂੰ ਇਹਦਾ ਕੋਈ ਸੰਵਿਧਾਨ ਕੱਢਣ ਦੀ ਲੋੜ ਹੈ ਕਿਸਾਨਾਂ ਤੇ ਕਿੰਨਾ ਚਿਰ ਐਕਸ਼ਨ ਕਰਦੇ ਰਹੋਗੇ ਤੁਸੀਂ ਅੱਗੇ ਦਬੇ ਕੁਚਲੇ ਹੋਏ ਕਿਸਾਨ ਹੈ ਇਹ ਬਾਬ ਜੀ ਮੈਂ ਤੁਹਾਡੇ ਕੋਲ ਆਣਾ ਢਾਲੀਵਾਲ ਸਾਹਿਬ ਇੱਕ ਰਿਐਕਸ਼ਨ ਤੁਹਾਡੇ 250 ਕਰੋੜ ਦਾ ਜਵਾਬ ਦਿੱਤਾ ਹੈ ਅਰਸ਼ਪ੍ਰੀਤ ਜੀ ਨੇ ਤਫਸੀਲ ਦੇ ਨਾਲ ਉਹ ਕਹਿੰਦੇ ਕਿ ਅਸੀਂ ਇਹ ਕਦਮ ਚੁੱਕ ਰਹੇ ਹਾਂ ਤੁਹਾਨੂੰ ਸੰਤੁਸ਼ਟੀ ਹੈ ਜਵਾਬ ਤੋਂ ਤੁਸੀਂ 250 ਕਰੋੜ ਕਹਿ ਰਹੇ ਜਾਂ ਤਾਂ ਦੱਸੋ ਕਦੋਂ ਆਇਆ ਪੰਜਾਬ ਦੇ ਕੋਲ ਤੇ ਤੁਹਾਡੇ ਕੋਲ ਕੋਈ ਵਾਪਸ ਸੈਂਟਰ ਨੂੰ ਨਹੀਂ ਭੇਜਿਆ ਗਿਆ 250 ਕਰੋੜ ਦਾ ਕੋਈ ਵੀ ਬਿਊਰਾ ਕਿ ਅਸੀਂ ਕਿੱਥੇ ਖਰਚ ਕਰ ਦਿੱਤੇ
ਦੇਖੋ ਗੌਰਵ ਜੀ, ਪਹਿਲਾਂ ਮੈਂ 250 ਕਰੋੜ ਵਾਲਾ ਤਾਂ ਇਹਨਾਂ ਨੇ ਕੋਈ ਸੈਟੀਸਫੈਕਟਰੀ ਜਵਾਬ ਨਹੀਂ ਦਿੱਤਾ, ਉਹਦੇ ਤੇ ਮੈਂ ਗੱਲ ਕਰ ਲੈਂਦਾ। ਪਹਿਲਾਂ ਮੈਂ ਆਪਣੇ ਕਿਸਾਨ ਭਰਾ ਤੋਂ ਇਸ ਗੱਲ ਤੋਂ ਜ਼ਰੂਰ ਮਾਫੀ ਮੰਗਣਾ ਚਾਹੁੰਦਾ ਜਿਹੜੀ ਉਹਨੇ ਮੈਨੂੰ ਗੱਲ ਸਮਝਾਈ ਹੈ। ਵਾਕਈ ਕਿਸਾਨਾਂ ਤੇ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ, ਪਰ ਕਿਉਂਕਿ ਇੱਕ ਲਾਅ ਹੈ ਤਾਂ ਉਹਦੇ ਵਿੱਚ ਪੰਜਾਬ ਦੇ ਵਿੱਚ ਗੱਲ ਨਹੀਂ ਹੋਈ, ਕੋਈ ਸਟ੍ਰਿਕਟ ਕਿਸੇ ਨਾਲ ਵੀ ਕੋਈ ਨਹੀਂ ਕੀਤਾ, ਨਾ ਕੋਈ ਇਹਨਾਂ ਨੇ ਐਕਸ਼ਨ ਲਿਆ, ਨਾ ਹੀ ਕੋਈ ਇਹਨਾਂ ਨੇ ਦਿੱਤੀ। ਪਰ ਮੈਂ ਇੱਕ ਗੱਲ ਇਹ ਐਡ ਕਰਨੀ ਚਾਹੁੰਦਾ, ਜਿਹੜੀ ਉਹ ਕਹਿ ਰਹੇ ਕਿ ਸਰਕਾਰ ਫ੍ਰੀ ਦੇ ਵਿੱਚ ਦੇ ਦੇਵੇ ਸਾਰੀਆਂ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਨੂੰ, ਸਾਡੇ ਕੋਲ ਮਸ਼ੀਨਾਂ ਤਿਆਰ ਪਈਆਂ ਤੇ ਐਨਜੀਓ ਨੇ ਕਿਵੇਂ ਕਰਦੇ ਜੀ। ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਕੇਂਦਰ ਸਰਕਾਰ ਨੇ ਐਨਜੀਓਜ਼ ਨੂੰ, ਗਰੁੱਪ ਨੂੰ ਇਕੱਠੇ ਹੋ ਕੇ ਜਿਹੜਾ ਹੈਗਾ ਮਸ਼ੀਨਾਂ ਲੈਣ ਵਾਸਤੇ, ਕੰਮ ਕਰਨ ਵਾਸਤੇ ਖੁੱਲ੍ਹ ਦਿੱਤੀ ਹੋਈ ਹੈ, ਔਰ ਜਿੰਨੇ ਵੀ ਸਾਡੇ ਕਿਸਾਨ ਸਮੂਹ ਆ ਮਸ਼ੀਨਾਂ ਲੈ ਸਕਦੇ ਆ। ਨਹੀਂ, ਕਿਹਨੇ ਖੁੱਲ੍ਹ ਦਿੱਤੀ ਹੈ ਸਰ? ਕੇਂਦਰ ਨੇ ਖੁੱਲ੍ਹ ਦਿੱਤੀ ਹੈ ਜਾਂ ਹਰਿਆਣਾ ਸਰਕਾਰ ਨੇ? ਕੇਂਦਰ ਸਰਕਾਰ ਦੀ ਸਕੀਮ ਹੈ ਜੀ, ਇਕੱਠੇ ਹੋ ਕੇ ਤੁਸੀਂ ਸਬਸਿਡੀ ਲੈ ਸਕਦੇ ਹੋ। ਜਿਹੜੇ ਵੀ ਸਾਡੇ ਸਮੂਹ ਹੈ, ਜੇ ਕੋਈ ਐਨਜੀਓ ਨਹੀਂ ਕਰ ਰਹੀ ਤਾਂ ਆਪਾਂ 10 ਕਿਸਾਨ ਇਕੱਠੇ ਹੋ ਕੇ ਇੱਕ 18 ਸੋਸਾਇਟੀ ਬਣਾਓ ਤੇ ਮਸ਼ੀਨ ਲੈ ਲਓ। ਰਵਨੀਤ ਜੀ, ਹੈ ਨੌਲੇਜ 'ਚ ਐਸੀ ਕੋਈ ਗੱਲ? ਰਵਨੀਤ ਜੀ, ਤੁਹਾਡੇ ਤੱਕ ਆਵਾਜ਼ ਪਹੁੰਚਦੀ, ਐਸੀ ਨੌਲੇਜ ਦੇ ਵਿੱਚ ਗੱਲ ਹੈ? ਸੈਂਟਰ ਕਹਿੰਦੀ ਤੁਸੀਂ ਮਸ਼ੀਨਾਂ ਖਰੀਦੋ, ਇੱਕ ਸਮੂਹ ਬਣਾਓ, ਪਿੰਡ ਦੇ ਵਿੱਚ 10 ਕਿਸਾਨ ਇਕੱਠੇ ਹੋ ਕੇ ਤੁਹਾਨੂੰ ਮਸ਼ੀਨਰੀ ਮਿਲ ਜਾਏਗੀ। ਬਿਲਕੁਲ ਧਾਲੀਵਾਲ ਸਾਹਿਬ ਬਿਲਕੁਲ ਠੀਕ ਕਹਿ ਰਹੇ ਹੋ। ਐਫਪੀਓਸ ਹੈ ਜਿਹੜੇ ਕਿ ਮੈਂ ਬੜੇ ਕਹਿੰਦੇ ਹੁੰਦੇ ਆ ਸੈਡ ਪਾਰਟ ਹੈ ਵੀ ਆਪਣੇ ਪੰਜਾਬ ਦੇ ਵਿੱਚ ਉਹਨੂੰ ਪ੍ਰਮੋਟ ਨਹੀਂ ਕੀਤਾ ਗਿਆ। ਧਾਲੀਵਾਲ ਸਾਹਿਬ ਇਸ ਗੱਲ ਤੇ ਬਿਲਕੁਲ ਠੀਕ ਹੈ। ਹਰਿਆਣੇ ਦੇ ਵਿੱਚ ਐਫਪੀਓਸ ਆਪਣੇ ਪੰਜਾਬ ਨਾਲੋਂ ਜ਼ਿਆਦਾ ਪ੍ਰਮੋਟ ਕੀਤੇ ਗਏ ਆ। ਉੱਥੇ ਐਫਪੀਓਸ ਬਣੇ ਵੀ ਆ, ਉਹਨਾਂ ਨੇ ਮਸ਼ੀਨਾਂ ਵੀ ਲਿਆ, ਸਾਰਾ ਕੁਝ ਲਿਆ। ਪਰ ਇੱਕ ਗੱਲ ਮੈਂ ਦੱਸਣਾ ਚਾਹੁੰਦਾ, ਪੰਜਾਬੀ ਪਿੱਛੇ ਕਿਉਂ ਰਹਿ ਗਏ ਰਵਨੀਤ ਜੀ? ਪੰਜਾਬੀ ਪਿੱਛੇ ਕਿਉਂ ਰਹਿ ਗਏ ਫਿਰ? ਸਰ ਪੰਜਾਬੀ ਕਿਉਂ ਪਿੱਛੇ ਰਹਿ ਗਏ? ਕਿਉਂਕਿ ਇੱਥੇ ਕੀ ਹੈ, ਸਰਕਾਰਾਂ ਦਾ ਧਿਆਨ ਨਹੀਂਗਾ, ਨਾ ਲੋਕਲ ਸਰਕਾਰਾਂ ਦਾ ਨਾ ਸੈਂਟਰ ਸਰਕਾਰਾਂ ਦਾ। ਉੱਥੇ ਸਰਕਾਰ ਇੱਕੋ ਹੈ, ਸੈਂਟਰ ਤੇ ਜਿਹੜੀ ਸਟੇਟ ਦੀ ਸਰਕਾਰ ਇੱਥੇ ਹੈ। ਇੱਥੇ ਜਿਹੜੀ ਆਪਸ ਦੇ ਵਿੱਚ ਕਾਟੋ ਕਲੇਸ਼ ਹੈ, ਉਹਦੇ ਵਿੱਚ ਜਿਹੜਾ ਮਰਦਾ ਉਹ ਕਿਸਾਨ ਮਰਦਾ, ਹੋਰ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਲਾਉਣ ਦਾ ਕੰਮ ਕਰ ਰਹੀ ਹੈ, 250 ਕਰੋੜ ਖਾ ਗਈ, ਜਿਹੜਾ ਉਹਦੇ ਵਾਸਤੇ ਖਾ ਕੇ 200 ਕਰੋੜ ਲੋਕਲ ਸਰਕਾਰ ਨੇ। ਅਹਿਬਾਬ ਜੀ, ਥੋੜਾ ਜਿਹਾ ਇੰਤਜ਼ਾਰ ਕਰਿਓ, ਤੁਹਾਡੇ ਕੋਲ ਮੈਂ ਵਾਪਸ ਆਉਣਾ। ਤੁਸੀਂ ਕੁਝ ਕਹਿਣਾ ਵੀ ਚਾਹ ਰਹੇ ਸੀ, ਪਰ ਅਰਸ਼ ਜੀ ਦਾ ਇੱਥੇ ਇੱਕ ਕਮੈਂਟ ਬਹੁਤ ਜ਼ਰੂਰੀ ਹੈ। ਅਰਸ਼ ਜੀ, ਦੇਖੋ ਹਰਿਆਣਾ ਦੇ ਵਿੱਚ ਉਹ ਚੀਜ਼ਾਂ ਹੋ ਰਹੀਆਂ ਨੇ, ਆਪਾਂ ਸਿਆਸਤ ਇੱਕ ਪਾਸੇ ਰੱਖ ਦਈਏ ਕਿ ਜੇ ਸੈਂਟਰ ਕੋਈ ਸਕੀਮ ਦੇ ਰਹੀ ਹੈ, ਰਵਨੀਤ ਜੀ ਕਹਿੰਦੇ ਸਾਨੂੰ ਪਤਾ, ਪਰ ਪੰਜਾਬ 'ਚ ਪ੍ਰਮੋਟ ਹੀ ਨਹੀਂ ਕਰਦੇ। ਨਹੀਂ ਤਾਂ ਦੇਖੋ ਇੱਕ ਪਿੰਡ ਦੇ ਵਿੱਚ 10 20 50 ਕਿਸਾਨ ਇਕੱਠੇ ਹੋ ਕੇ ਕੋਈ ਮਸ਼ੀਨਰੀ ਲੈ ਕੇ ਸਮੱਸਿਆ ਹੀ ਹੱਲ ਹੋ ਜਾਣੀ ਹੈ ਫਿਰ ਤਾਂ। ਨਹੀਂ ਗੌਰਵ ਜੀ, ਮੈਂ ਇੱਕ ਚੀਜ਼ ਕਲੈਰੀਫਾਈ ਕਰ ਦੇਣਾ ਚਾਹਣਾ। ਪਹਿਲਾਂ ਤੁਹਾਡੇ ਸਵਾਲ ਦਾ ਜਵਾਬ ਦੇ ਦਿੰਦਾ ਕਿ ਪੰਜਾਬ ਸਰਕਾਰ ਨੇ ਜ਼ੋਰ ਕੋਸ਼ਿਸ਼ ਕੀਤੀ ਹੈ ਵੀ ਸਟਬਲ ਬਰਨਿੰਗ ਹੋਵੇ ਨੇ, ਕਿਸਾਨਾਂ ਨੂੰ ਰਾਹਤ ਮਿਲੇ, ਉਹਨਾਂ ਨੂੰ ਮੁਆਵਜ਼ਾ ਮਿਲੇ, ਉਹਨਾਂ ਨੂੰ ਇਹ ਚੀਜ਼ ਕਰਨ ਦੀ ਲੋੜ ਨਾ ਪਵੇ, ਚਾਹੇ ਫਰਟੀਲਾਈਜ਼ਰ ਦੇਣਾ ਹੋਵੇ, ਚਾਹੇ ਮੁਆਵਜ਼ਾ ਦੇਣਾ ਹੋਵੇ, ਚਾਹੇ ਸਬਸਿਡੀ ਦੇਣੀ ਹੋਵੇ, ਹਰੇਕ ਐਸਪੈਕਟ ਦੇ ਵਿੱਚ ਪੰਜਾਬ ਸਰਕਾਰ ਨਾਲ ਖੜੀ ਹੈ। ਦੂਜਾ, ਅਹਿਬਾਬ ਜੀ ਨੂੰ ਮੈਂ ਅਹਿਬਾਬ ਜੀ, ਇਹ ਫਿਲਮੀ ਗੱਲ ਨਹੀਂ, ਇਹ ਫੈਕਟ ਬੇਸਡ ਗੱਲ ਹੈ। ਸੁਪਰੀਮ ਕੋਰਟ ਜੱਜ ਨੇ ਕਿਹਾ and a clear ਸ਼ਬਦ ਚ ਮੈਂ ਤੁਹਾਨੂੰ ਦੱਸ ਦੇਣਾ, I'm telling it to you, ਸੁਪਰੀਮ ਕੋਰਟ ਜੱਜ ਸਾਹਿਬ ਨੇ ਕਿਹਾ ਕਿ ਐਫੀਡੇਵਿਟ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਨੇ ਦਿੱਤਾ ਹੈ ਉਹ ਫਾਰਮਰਸ ਬੈਸ਼ਿੰਗ ਹੈ ਤੇ ਨਾਲੇ ਇਕਲੌਤਾ ਕਾਜ਼ ਸਟਬਲ ਬਰਨਿੰਗ ਨੂੰ, ਪਰਾਲੀ ਸਾੜਨ ਨੂੰ ਆਮ ਆਦਮੀ ਪਾਰਟੀ ਦੱਸ ਰਹੀ ਹੈ ਤੇ ਤੁਹਾਨੂੰ ਖਿੱਚਿਆ, ਤੁਹਾਨੂੰ ਝੜਕਿਆ। ਜੇ ਚੀਜ਼ ਸੱਚ ਨਹੀਂ ਤਾਂ ਦੱਸ ਦਿਓ। ਦੂਜਾ, ਜਿਹੜਾ ਐਫੀਡੇਵਿਟ ਆਮ ਆਦਮੀ ਪਾਰਟੀ ਦਿੱਲੀ ਨੇ ਦਿੱਤਾ ਸੁਪਰੀਮ ਕੋਰਟ ਦੇ ਵਿੱਚ, ਕੀ ਉਹਦੇ ਨਾਲ ਤੁਸੀਂ ਸਹਿਮਤ ਹੋ ਜਾਂ ਉਹਦੇ ਖਿਲਾਫ ਹੋ? ਇਹ ਵੀ ਦੱਸੋ। ਠੀਕ ਹੈ, ਆਪਾਂ ਜਵਾਬ ਲਈਏ। ਅਹਿਬਾਬ ਜੀ। ਸਰ ਮੈਂ ਤੁਹਾਨੂੰ ਗੱਲ ਦੱਸਾਂ, ਝੂਠ ਨੂੰ ਬਾਰ-ਬਾਰ ਬੋਲਣ ਨਾਲੋਂ ਸੱਚ ਨਹੀਂ ਬਣ ਜਾਂਦਾ। ਸਾਡੇ ਐਫੀਡੇਵਿਟ ਦੀ ਭਾਸ਼ਾ ਮੈਨੂੰ ਪਤਾ ਹੈ, ਪਹਿਲੀ ਗੱਲ। ਦੂਜੀ ਗੱਲ, ਇਹਨਾਂ ਦੀ ਸਰਕਾਰ ਜਦੋਂ ਇਹ ਜਵਾਬ ਨਹੀਂ ਦੇ ਪਾ ਰਹੀ ਕਿ ਐਸਓਪੀਜ਼ ਕਿਉਂ ਨਹੀਂ ਪ੍ਰਮੋਟ ਕੀਤੇ ਗਏ। ਮੋਦੀ ਜੀ, ਕੁਲਦੀਪ ਜੀ ਕਹਿ ਰਹੇ ਨੇ ਕਿ ਅਸੀਂ ਤਾਂ ਕਿਸਾਨਾਂ ਦੇ ਨਾਲ ਆ। ਪੰਜਾਬ ਤੇ ਹਰਿਆਣਾ 2 ਸਟੇਟਾਂ ਨੇ ਜਿੱਥੇ ਪਰਾਲੀ ਸਾੜਨ ਤੇ ਪਰਚੇ ਪੈਂਦੇ ਆ ਤੇ ਇਹ ਪਰਚੇ ਪਾਉਣ ਵਾਲੇ ਕਿਸਾਨਾਂ ਦੇ ਨਾਲ ਹੋ ਗਏ। ਦੂਜੀ ਗੱਲ, ਪ੍ਰਮੋਸ਼ਨ ਇਹਨਾਂ ਨੇ ਸੈਂਟਰ ਦੀ ਸਕੀਮ ਦੀ, ਉਹਨਾਂ ਨੂੰ ਉਹ ਰੌਲਾ ਫੋਟੋ ਦਾ ਕਿ ਪਹਿਲਾਂ ਮੋਦੀ ਸਾਹਿਬ ਦੀ ਫੋਟੋ ਲੱਗੂਗੀ, ਫਿਰ ਕੈਪਟਨ ਸਾਹਿਬ ਦੀ, ਫਿਰ ਚੰਨੀ ਸਾਹਿਬ ਦੀ ਫੋਟੋ ਪਿੱਛੇ ਕਿਸਾਨ ਨੂੰ ਪੀਸਤਾ ਇਹਨਾਂ ਨੇ। ਪਹਿਲੀ ਗੱਲ ਕਿ ਕਿਹਦੀ ਫੋਟੋ ਹੈ, ਇਸ ਗੱਲ ਦਾ ਰੌਲਾ। ਸੈਕੰਡਲੀ, ਮੈਂ ਇੱਕ ਗੱਲ ਮੈਂ ਬਾਰ-ਬਾਰ ਪੁੱਛਣੀ ਚਾਹੂੰਗਾ ਕਿ ਇਹ ਕੋਈ ਇਹੋ ਜਿਹੀ ਪ੍ਰੋਬਲਮ ਤਾਂ ਹੈ ਨਹੀਂ ਜਿਹੜੀ ਅੱਜ ਹੋਈ ਹੈ, ਰੈਕਰਿੰਗ ਪ੍ਰੋਬਲਮ ਹੈ। ਤੇ ਜੇ ਰੈਕਰਿੰਗ ਪ੍ਰੋਬਲਮ ਲਈ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਇੱਕ ਹੱਲ ਲੱਭ ਸਕਦੀ ਸੀ ਤੇ ਉਹਨੂੰ ਸਬਸਿਡਾਈਜ਼ਡ ਜਾਂ ਫ੍ਰੀ ਆਫ ਕਾਸਟ ਕਿਸਾਨਾਂ ਨੂੰ ਦੇ ਸਕਦੀ ਸੀ, ਤੇ ਪੰਜਾਬ ਸਰਕਾਰ ਜਿਹੜੀ ਇੰਨੀ ਕਿਸਾਨ ਹਤੈਸ਼ੀ ਹੋਣ ਦਾ ਕਲੇਮ ਕਰਦੀ ਹੈ, ਉਹਨਾਂ ਨੇ ਹਾਲੇ ਤੱਕ ਕਿਉਂ ਨਹੀਂ ਕੀਤਾ? ਮੇਰੀ ਗੱਲ ਦੱਸੋ ਗੌਰਵ ਜੀ, ਇਹ ਸਾਡੇ ਤੇ ਇਲਜ਼ਾਮ ਜਿੰਨੇ ਮਰਜ਼ੀ ਲਾਈ ਜਾਣ, ਜੋ ਮਰਜ਼ੀ ਕਹੀ ਜਾਣ, ਪਰ ਸੱਚ ਇਹ ਹੈ ਕਿ ਕੀਤਾ ਇਹਨਾਂ ਨੇ ਕੁਝ ਨਹੀਂ। ਕੇਂਦਰ ਦੀਆਂ ਸਬਸਿਡੀਆਂ ਦੇ ਪੈਸੇ ਵਾਪਸ ਜਾ ਰਹੇ ਆ, ਪਰਾਲੀ ਸਾੜਨ ਤੇ ਪਰਚਾ ਦਿੰਦੇ ਆ, ਜਿਹੜੇ ਜ਼ਿਮੀਂਦਾਰ ਨਾਲ ਬਣਦੀ ਨਹੀਂ ਉਹਨੂੰ ਫੜ ਕੇ ਪਰਚਾ ਦੇ ਦਿੰਦੇ ਨੇ, ਬਾਕੀਆਂ ਨੂੰ ਇਹ ਸਪੋਰਟ ਕਰਦੇ ਨੇ। ਇਹਨਾਂ ਕੋਲ ਆਪ ਸ਼ੋਅ ਕਰਨ ਨੂੰ ਕੁਝ ਹੈ ਨਹੀਂ, ਕੱਲਾ ਮੈਂ ਨਹੀਂ ਕਹਿ ਰਿਹਾ। ਤੇ ਕੁਲਦੀਪ ਜੀ ਨੂੰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਤੁਸੀਂ ਇੱਕ ਆਪਣੇ ਸਾਰੇ ਪ੍ਰਵਕਤਾ ਨਾਲ ਗੱਲ ਇੱਕ ਰੱਖ ਕੇ ਆਇਆ ਕਰੋ। ਹਰਜੀਤ ਗਰੇਵਾਲ ਜੀ ਕਹਿੰਦੇ ਆ ਕਿ ਅਸੀਂ ਡਾਂਗ ਤੇ ਕਰਾ ਲਾਂਗੇ, ਕੁਲਦੀਪ ਜੀ ਵਿਚਾਰੇ ਫਸ ਜਾਂਦੇ ਜਦੋਂ ਉਹਨਾਂ ਨੂੰ ਟੀਵੀ ਤੇ ਆ ਕੇ ਦੇਣਾ ਪੈਂਦਾ। ਸ਼ਾਇਦ ਨਵੀਂ ਆਜ਼ਾਦੀ ਮਿਲੀ ਆ ਦੇਸ਼ ਨੂੰ, 7 ਸਾਲ ਹੋਏ ਨੇ। ਕੁਲਦੀਪ ਜੀ ਦਾ ਰਿਐਕਸ਼ਨ ਲਵਾਂਗਾ, ਪਹਿਲਾਂ ਅਰਸ਼ ਜੀ ਆਪਾਂ ਜਵਾਬ ਲੈ ਲਈਏ, ਸਮਾਂ ਪੂਰਾ ਹੁਣ
ਹੁਣ ਬਿਲਕੁਲ ਆਖਿਰ ਆਪਾਂ ਲਾਸਟ ਫੇਜ਼ ਦੇ ਵਿੱਚ ਜਾ ਰਹੇ ਹਾਂ ਅੱਜ ਦੀ ਡਿਬੇਟ ਦੀ। ਅਰਸ਼ ਜੀ, ਗੌਰਵ ਜੀ ਤੁਸੀਂ ਇੱਕ ਚੀਜ਼ ਦੇਖੀ, ਇਹਨਾਂ ਨੂੰ ਕਲੀਅਰ ਸਵਾਲ ਪੁੱਛਿਆ ਵੀ ਐਫੀਡੇਵਿਟ ਦੇ ਹੱਕ 'ਚ ਨੇ ਜਾਂ ਐਫੀਡੇਵਿਟ ਦੇ ਅਗੇਂਸਟ ਹੈ। ਮੈਂ ਤੁਹਾਨੂੰ ਦੱਸ ਵੀ ਦਿੰਦਾ ਸਵਾਲ ਪੁੱਛਿਆ ਮੈਂ ਕਿਉਂ, ਇੱਥੋਂ ਪਤਾ ਲੱਗ ਜੂ ਕਿ ਆਮ ਆਦਮੀ ਪਾਰਟੀ ਦਿੱਲੀ ਤਾਂ ਦੇਖੋ ਧੋਖੇਬਾਜ਼ ਨਿਕਲਿਆ, ਕਿਸਾਨਾਂ ਤੇ ਸਿਰ ਮਾਰਦਾ। ਮੈਂ ਤਾਂ ਸ਼ਰੇਆਮ ਕਹੀ ਜਾਣਾ ਅਰਸ਼ ਜੀ, ਮੈਂ ਤਾਂ ਸ਼ਰੇਆਮ ਕਹੀ ਜਾਣਾ ਅਸੀਂ ਦਿੱਤਾ ਹੀ ਨਹੀਂ, ਅਸੀਂ ਦਿੱਤਾ ਹੀ ਨਹੀਂ। ਤੁਸੀਂ ਸਿਰਫ ਇੱਕ ਸ਼ਬਦ ਜਾਲ ਕਰ ਰਹੇ ਹੋ, ਅਸੀਂ ਦਿੱਤਾ ਹੀ ਨਹੀਂ। ਉਹੀ ਚੀਜ਼ ਚਾਹੁੰਦਾ ਹੈ, ਉਹਨੂੰ ਸਪੋਰਟ ਕਰਦਾ ਹੈ ਕਿ ਨਹੀਂ ਕਰਦਾ। ਬਾਬ ਜੀ ਸੁਣ ਲਓ ਗੱਲ, ਸਵਾਲ ਸੁਣ ਲਓ, ਜਵਾਬ ਤੁਹਾਨੂੰ ਦੇਣਾ ਪੈਣਾ। ਇਹਨਾਂ ਨੂੰ ਇਹ ਸਿੰਪਲ ਸਵਾਲ ਪੁੱਛਣਾ, ਐਫੀਡੇਵਿਟ ਜਿਹੜਾ ਦਿੱਤਾ ਗਿਆ ਸੁਪਰੀਮ ਕੋਰਟ ਦੇ ਵਿੱਚ ਔਨ ਔਰ ਜਵਾਬ ਦਿਓ, ਉਹਦੇ ਹੱਕ ਚੋਂ ਜਾਂ ਉਹਦੇ ਖਿਲਾਫ ਹੋ, ਪਹਿਲਾਂ ਇਹਦਾ ਜਵਾਬ ਦੇ ਦਿਓ। ਅਹਿਬਾਬ ਜੀ, ਪਹਿਲੀ ਗੱਲ ਤਾਂ ਇਹ ਜਿਹਾ ਕੋਈ ਐਫੀਡੇਵਿਟ ਜਿਹੜਾ ਇਹ ਕਹਿ ਰਹੇ ਨੇ ਇਹ ਓਨਲੀ ਸ਼ਬਦਾਂ ਵਾਲਾ ਇਹ ਜਿਹਾ ਐਫੀਡੇਵਿਟ ਦਿੱਤਾ ਨਹੀਂ ਗਿਆ। ਦੂਜੀ ਗੱਲ, ਅਸੀਂ ਕਿਸਾਨਾਂ ਦੇ ਹੱਕ 'ਚ ਨਿਤਰੇ ਆ, ਅਸੀਂ ਤੁਹਾਡੇ ਵਾਂਗੂ ਗੱਲਾਂ ਕਰਕੇ ਨਾ ਸਾਰਾ ਪ੍ਰੋਗਰਾਮ ਲਗਾਤਾ ਗੌਰਵ ਜੀ, ਚੀਕਾਂ ਮਾਰੀਆਂ, ਸਭ ਕੁਝ ਕਰ ਲਿਆ। ਆਪਲਾ ਚੱਕਿਆ ਇੱਕ ਕਦਮ ਤਾਂ ਦੱਸ ਦੇਣ, ਇੱਕ ਕਦਮ ਤਾਂ ਦੱਸ ਦੇਣ, ਮੈਂ ਮੰਨ ਜੂਗਾ, ਇੱਕ ਕਦਮ ਦੱਸ ਦੇਣ ਬਸ। ਉਹਦੇ ਹੱਕ 'ਚ ਹੋਏ ਗੌਰਵ ਜੀ, ਉਹ ਮੈਂ ਕਹੀ ਜਾਣਾ ਭਾਈ ਸਾਹਿਬ, ਉਹ ਕਹੀ ਜਾਂਦੇ ਵਨ ਆਫ ਦ ਰੀਜ਼ਨਸ ਵਾਲਾ। ਮੈਂ ਤਾਂ ਕਹਿਣਾ ਤੁਹਾਡੀ ਨਲਾਇਕੀ ਹੈ, ਉਹ ਤੁਹਾਡੀ ਨਲਾਇਕੀ ਹੈ। ਤੁਸੀਂ ਚੀਕਾਂ ਮਾਰਨੀਆਂ ਬੰਦ ਕਰੋ ਭਾਈ ਸਾਹਿਬ। ਤੁਸੀਂ ਇਹ ਦੱਸੋ ਤੁਸੀਂ ਕੀ ਕਰਿਆ ਸਾਰੇ ਪ੍ਰੋਗਰਾਮ? ਤੁਸੀਂ ਇੱਕ ਅੱਖਰ ਨਹੀਂ ਕਿਹਾ ਕਿ ਤੁਸੀਂ ਕੀ ਕੀਤਾ ਅਰਸ਼ਦ ਜੀ, ਤੁਸੀਂ ਬਿਲਕੁਲ ਨਹੀਂ ਬੋਲੇ। ਟੇਬਲ ਖੜਕਾ ਕੇ ਤੁਸੀਂ ਮੇਰੀ ਗੱਲ ਸੁਣੋ, ਟੇਬਲ ਖੜਕਾ ਕੇ ਗੱਲਾਂ ਸਹੀ ਨਹੀਂ ਹੁੰਦੀਆਂ। ਤੁਸੀਂ ਪਹਿਲਾਂ ਸਹੀ ਦੱਸੋ। ਪੰਜਾਬ 'ਚ ਵੰਡੇ ਦੇਣਾ ਕਿਸਾਨਾਂ ਨੇ, ਤੁਸੀਂ ਗੌਰਵ ਜੀ ਉਹ ਟਾਈਮ ਦੱਸੂਗਾ। ਉਹ ਛੱਡੋ, ਉਹ ਮੈਂ ਇੱਥੇ ਹੀ ਰਹਿਣਾ, ਮੈਂ ਚੰਡੀਗੜ੍ਹ ਨਹੀਂ ਰਹਿੰਦਾ। ਅਰਸ਼ ਜੀ ਤੁਸੀਂ ਚੰਡੀਗੜ੍ਹ ਰਹਿੰਦੇ ਹੋ, ਮੈਂ ਲੁਧਿਆਣੇ ਰਹਿਣਾ, ਰੋਜ਼ ਪਿੰਡ ਜਾਣਾ। ਉਹ ਦੇਖ ਲਾਂਗੇ ਕੌਣ ਰੋਕਦਾ ਕੌਣ ਨਹੀਂ ਰੋਕਦਾ। ਤੁਹਾਡਾ ਜੋ ਹਾਲ ਹੋ ਰਿਹਾ ਦਿਸ ਰਿਹਾ। ਤੁਸੀਂ ਉਹ ਨਾ ਲੈਕਚਰ ਦਿਓ, ਤੁਸੀਂ ਆਪਦੇ ਕਦਮ ਚੱਕੇ ਦੱਸੋ। 600 ਕਿਸਾਨ ਸ਼ਹੀਦ ਹੋ ਗਿਆ, ਤੁਹਾਨੂੰ ਦਰਦ ਨਹੀਂ ਆਇਆ? ਜਵਾਬ ਲੈ ਲਿਆ ਜੀ। ਕਾਂਗਰਸ ਸਰਕਾਰ ਉਹੀ ਗੱਲਾਂ ਬਣਾ ਕੇ ਛੱਡੀ ਜਾਂਦੀ ਹੈ। ਠੀਕ ਹੈ ਅਰਸ਼ ਜੀ, ਕੰਪਲੀਟ ਕਰੋ ਸਰ। ਇਹ ਵੀ ਲਗਾਤਾਰ ਸਵਾਲ ਹੋ ਰਿਹਾ ਕਿ ਤੁਸੀਂ ਕੀ ਕੀਤਾ, ਉਹ ਦੱਸੋ। ਮੈਂ ਦੱਸਣਾ ਇੱਕ ਮਿੰਟ ਮੈਂ ਤੁਹਾਨੂੰ ਦੱਸਦਾ, ਫਰਟੀਲਾਈਜ਼ਰਸ ਦਿੱਤੇ ਗਏ, ਸਬਸਿਡੀ ਦਿੱਤੀ ਗਈ, ਮੁਆਵਜ਼ਾ ਦਿੱਤਾ ਗਿਆ, ਗ੍ਰੀਵੈਂਸ ਰਿਡਰੈਸਲ ਕਮੇਟੀ ਸੈਟ ਫਰਟੀਲਾਈਜ਼ਰ ਬਾਪ ਜੀ ਡਿਫੈਕਟ ਕਰਨ ਦੀ ਕੋਸ਼ਿਸ਼ ਕਰ ਰਹੇ, ਇਹਨਾਂ ਨੂੰ ਸਿੰਪਲ ਚੀਜ਼ ਪੁੱਛਣਾ ਹੈ। ਇਹਨਾਂ ਦਾ ਮੇਰਾ ਛੱਡੋ, ਸਪੈਸਿਫਿਕ ਪਰਾਲੀ ਦੇ ਉੱਤੇ ਸਰ ਆਮ ਆਦਮੀ ਪਾਰਟੀ ਕੋ ਦਿੱਤਾ ਪਰਾਲੀ ਤੇ ਦੱਸੋ ਮਹਾਰਾਜ। ਇੰਨਾ ਤਾਂ ਇਹਨਾਂ ਨੂੰ ਕਿਸਾਨੀ ਬਾਰੇ ਪਤਾ, ਫਰਟੀਲਾਈਜ਼ਰ ਦੇ ਕੇ ਇਹਨਾਂ ਨੂੰ ਪਰਾਲੀ ਕਰਨੀ ਜਾਂਦੀ ਹੈ। ਕੀ ਗੱਲਾਂ ਕਰ ਰਹੇ ਨੇ? ਇੱਕ ਸੈਕਿੰਡ ਹੈ ਬਾਬ ਜੀ, ਸਮਝ ਨਹੀਂ ਆਏਗਾ ਨਾ ਫਿਰ। ਇੱਕ ਥੋੜੀ ਜਿਹੀ ਲੱਗ ਰਿਹਾ ਕਿ ਹਾਂ ਅਰਸ਼ ਜੀ ਤੁਹਾਡੀ ਥੋੜੀ ਆਵਾਜ਼ ਦੇ ਵਿੱਚ ਵੀ ਮੈਨੂੰ ਡਿਸਟਰਬੈਂਸ ਲੱਗ ਰਹੀ ਹੈ। ਤੁਸੀਂ ਆਪਣੀ ਗੱਲ ਕੰਪਲੀਟ ਕਰ ਲਓ ਸਰ, 20 ਸੈਕਿੰਡਸ। ਜੀ ਮੈਂ ਇਹ ਕਹਿ ਰਿਹਾ ਹਾਂ, ਇਹ ਕਹਿ ਰਹੇ ਮੇਰਾ ਵਰਜਨ ਛੱਡੋ। ਜਿਹੜਾ ਵੀ ਐਫੀਡੇਵਿਟ ਆਮ ਆਦਮੀ ਪਾਰਟੀ ਨੇ ਦਿੱਲੀ ਸੁਪਰੀਮ ਕੋਰਟ ਦੇ ਵਿੱਚ ਸਬਮਿਟ ਕੀਤਾ, ਉਹਦੇ ਇਬਾਬ ਜੀ ਹੱਕ 'ਚ ਨੇ, ਆਮ ਆਦਮੀ ਪੰਜਾਬ ਪਾਰਟੀ ਹੱਕ 'ਚ ਹੈ ਜਾਂ ਨਹੀਂ ਹੈ? ਇਹ ਤੁਸੀਂ ਠੀਕ ਹੈ, ਤੁਸੀਂ ਜਾਣਨਾ ਚਾਹ ਰਹੇ ਹੋ ਕਿ ਉਹ ਐਫੀਡੇਵਿਟ ਦੇ ਹੱਕ ਦੇ ਵਿੱਚ ਹੈ ਕਿ ਨਹੀਂ। ਮੈਂ ਇਸ ਪੁਆਇੰਟ ਦੇ ਉੱਤੇ ਇੱਕ ਰਿਐਕਸ਼ਨ ਲੈ ਕੇ ਮੈਂ ਤੁਹਾਡੇ ਕੋਲ ਵਾਪਸ ਆਉਣਾ। ਅਹਿਬਾਬ ਜੀ ਉਹ ਕਲੀਅਰ ਕਰੋ ਸਰ, ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਨੇ। ਸਰ ਜੀ ਐਫੀਡੇਵਿਟ ਇੱਕ ਮਿੰਟ, ਇਹ ਕਹਿੰਦੇ ਐਫੀਡੇਵਿਟ ਦੇਤਾ ਸੁਪਰੀਮ ਕੋਰਟ 'ਚ, ਐਫੀਡੇਵਿਟ ਚੋਰੀ ਛਿਪੇ ਦਿੱਤਾ ਜਾਂਦਾ ਹੁੰਦਾ। ਜੋ ਦਿੱਲੀ ਦੀ ਪਾਰਟੀ ਨੇ ਜਵਾਬ ਦੇਤਾ। ਅਸੀਂ ਤੇ ਪੰਜਾਬ ਦੇ ਕਿਸਾਨਾਂ ਨੂੰ ਕਹਿ ਰਹੇ ਹਾਂ ਕਿ ਭਾਈ ਸਾਡੀ ਸਰਕਾਰ ਆਉਣ ਦਿਓ, ਦਿੱਲੀ ਵਾਂਗੂ ਦਵਾਈ ਵੀ ਦੇਵਾਂਗੇ, ਸਬਸਿਡੀ ਵੀ ਦੇਵਾਂਗੇ, ਤੁਹਾਡੀ ਮਦਦ ਵੀ ਕਰਾਂਗੇ, ਇਹਨਾਂ ਵਾਂਗੂ ਫਰਟੀਲਾਈਜ਼ਰ ਨਾਲ ਪਰਾਲੀ ਨਹੀਂ ਖਤਮ ਕਰਾਂਗੇ। ਇਹ ਚੰਡੀਗੜ੍ਹ ਬੈਠੇ ਇਹਨਾਂ ਨੂੰ ਨਹੀਂ ਪਤਾ ਸਰ, ਮੈਂ ਇਹਨਾਂ ਦਾ ਕਸੂਰ ਨਹੀਂ ਮੰਨਦਾ। ਠੀਕ ਹੈ, ਚਲੋ ਹੁਣ ਮੈਂ ਇੱਕ ਰਿਐਕਸ਼ਨ ਲੈਣਾ। ਧਾਲੀਵਾਲ ਸਾਹਿਬ ਵੀ ਕੁਝ ਕਹਿਣਾ ਚਾਹ ਰਹੇ ਨੇ ਤੇ ਰਵਨੀਤ ਜੀ ਵੀ। ਰਵਨੀਤ ਜੀ ਦੇਖੋ, ਇੱਕ ਫੈਕਟ ਇਹ ਵੀ ਹੈ, ਮੈਂ ਅਰਸ਼ ਜੀ ਤੋਂ ਜਵਾਬ ਜ਼ਰੂਰ ਲਵਾਂਗਾ ਅੱਗੇ। ਅਰਸ਼ ਜੀ ਕਹਿ ਰਹੇ ਕਿ ਅਸੀਂ ਆਹ ਕੰਮ ਕੀਤੇ, ਪਰ ਮੇਰੇ ਕੋਲ ਪਿਛਲੇ 5 ਸਾਲ ਦੇ ਪਰਾਲੀ ਸਾੜਨ ਦੇ ਅੰਕੜੇ ਨੇ। 2017 ਚ 45,000 ਦੇ ਕਰੀਬ ਸੀ, 2020 ਚ 76,000 ਮਾਮਲੇ ਸਾਹਮਣੇ ਆਏ, 2021 ਚ ਹੁਣ ਤੱਕ 62,000 ਤੋਂ ਜ਼ਿਆਦਾ ਕੇਸਿਸ ਪਰਾਲੀ ਸਾੜਨ ਦੇ ਸਾਹਮਣੇ ਆ ਚੁੱਕੇ ਨੇ। ਰਵਨੀਤ ਜੀ ਘਟ ਨਹੀਂ ਰਿਹਾ, ਵੱਧ ਰਿਹਾ ਇਹ ਕੰਮ। ਬਿਲਕੁਲ ਗੌਰਵ ਜੀ, ਬਿਲਕੁਲ ਠੀਕ ਹੋ ਤੁਸੀਂ। ਘਟੂਗਾ ਕਿਵੇਂ? ਕਿ ਮੈਂ ਫਿਰ ਉੱਥੇ ਹੀ ਆ ਜਾਂਦਾ ਕਿ ਕਿਸਾਨ ਲੱਗਦਾ ਕਿ ਚਲੋ ਪਿਛਲੇ ਸਾਲ 50 ਮਸ਼ੀਨਾਂ ਸੀ ਐਪੀ ਸੀਡਰ ਵਾਲੀਆਂ, ਇਸ ਵਾਰੀ 75 ਹੋ ਗਈਆਂ ਹੋਣੀਆਂ, ਅਗਲੀ ਵਾਰੀ 100 ਹੋ ਜਾਣਗੀਆਂ, ਤਾਂ ਮਾਮਲੇ ਤਾਂ ਘਟਣੇ ਚਾਹੀਦੇ। ਇਹ ਉਲਟਾ ਹੋ ਰਿਹਾ, ਮਾਮਲੇ ਵੱਧ ਰਹੇ। ਜਿਹੜੀ ਪਿਛਲੇ ਸਾਲ 2.25 ਲੱਖ ਦੀ ਸੀ, ਐਤਕੀ 2.5 ਲੱਖ ਦੀ ਹੋ ਗਈ ਜੀ। ਕਿਸਾਨ ਇਹ ਘਟੂਗਾ ਕਿਵੇਂ? ਮੈਂ ਤੁਹਾਨੂੰ 5 ਚੀਜ਼ਾਂ ਦੱਸ ਦਿੰਦਾ ਜੀ। ਪੰਜਾਬ ਗਵਰਨਮੈਂਟ ਕਰ ਲੇ, ਅਗਲੇ ਸਾਲ ਹੀ ਹੱਲ ਹੋ ਜਾਊਗਾ। ਪਲੀਜ਼ ਨੋਟ ਕਰ ਲਿਓ ਇਹਨਾਂ ਨੂੰ। GST ਮਸ਼ੀਨਾਂ ਤੇ ਮਾਫ ਹੋਵੇ ਤੇ ਪਲੱਸ ਸਬਸਿਡੀ ਬਾਅਦ ਚ ਦਿੱਤੀ ਜਾਵੇ ਉਹਦੇ ਤੇ, ਪਹਿਲੀ। ਦੂਸਰੀ ਗੱਲ ਹੈ, ਕਾਰਬਨ ਕ੍ਰੈਡਿਟ ਦੀ ਪ੍ਰਮੋਸ਼ਨ ਹੋਵੇ ਤੇ ਕਿਸਾਨ ਤੱਕ ਕਾਰਬਨ ਕ੍ਰੈਡਿਟ ਪਹੁੰਚੇ, CSR ਥਰੂ ਉਹਨਾਂ ਨੂੰ ਇੰਡਸਟਰੀ ਦੇ ਸਕਦੀ ਹੈ। ਤੀਸਰੀ ਗੱਲ, 100 ਰੁਪਇਆ ਪਰ ਏਕੜ ਪਰ ਕੁਇੰਟਲ ਉਹਨਾਂ ਨੂੰ ਦਿੱਤਾ ਜਾਵੇ, ਕਿਸਾਨ ਨੂੰ ਉਹ ਨਹੀਂ ਇਹ ਜਲਾਊਗਾ। ਚੌਥੀ ਗੱਲ, ਜਿਹੜੀਆਂ ਮਸ਼ੀਨਾਂ ਉਹ ਕੋਆਪਰੇਟਿਵ ਸੁਸਾਇਟੀਜ਼ ਨੂੰ ਦਿੱਤੀਆਂ ਜਾਣ ਤਾਂ ਕਿ ਉੱਥੋਂ ਕਿਸਾਨ ਯੂਜ਼ ਕਰ ਸਕੇ ਤੇ ਇਕੱਲੇ ਡੀਜ਼ਲ ਦਾ ਖਰਚਾ ਪਵਾ ਸਕੇ।
ਪੰਜਵੀਂ ਗੱਲ ਜਿਹੜੀ ਪ੍ਰਮੋਸ਼ਨ ਆਫ ਐਫਪੀਓਸ ਹੈ ਉਹ ਹੋਵੇ। 5 ਗੱਲਾਂ 5 ਤੇ ਅਮਲ ਕਰਨੇ ਜੀ, ਨੈਕਸਟ ਈਅਰ ਸਟਬਲ ਬਰਨਿੰਗ ਨਹੀਂ ਹੋਊਗੀ ਜੀ। ਠੀਕ ਹੈ, ਕੁਲਦੀਪ ਧਾਲੀਵਾਲ ਜੀ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ। ਧਾਲੀਵਾਲ ਸਾਹਿਬ। ਗੌਰਵ ਜੀ, ਮੈਂ ਅੱਜ ਬੜੀ ਸਾਰਥਕ ਡਿਬੇਟ ਜਿਹੜੀ ਜਾ ਰਹੀ ਸੀ ਰਵਨੀਤ ਜੀ ਨਾਲ, ਚਲੋ ਦੋਨੇ ਪਾਰਟੀਆਂ ਨੇ ਉਹਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਉਧਰ ਨਹੀਂ ਜਾਂਦਾ, ਪਰ ਮੈਂ ਰਵਨੀਤ ਜੀ ਨਾਲ ਹੀ ਤੁਹਾਡੇ ਰਾਹੀਂ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਉਹਨਾਂ ਨੇ ਬਹੁਤ ਸਾਰਥਕ ਗੱਲ ਕੀਤੀ ਹੈ ਇਹ। ਚਲੋ ਜਿਸ ਤਰ੍ਹਾਂ ਵੀ ਜਿਹੜਾ कुछ टेक्निकल इशू, कुछ नेटवर्क इशू लग रहे हैं। कुलदीप जी आवाज नहीं आ रही थोड़ी। ठीक है, दोबारा कोशिश एक बारी कर दें। कुलदीप जी आवाज पहुंच रही है मेरी? हाँ जी, हाँ जी। हाँ, तुसी अपनी गल कंप्लीट कर लो, हुण तुहाडी आवाज आ रही है। थोड़ी इस बारी आवाज तुहाडी बहुत ज्यादा क्लीयर नहीं है पर समझ आ रही है। कुलदीप जी कंप्लीट कर लो। चलो लग रहा है कुछ नेटवर्क इशू है, मैं कोशिश करांगा वापस उन्होंने कोल जा सका। पर अर्शप्रीत जी, कुलदीप जी आ रही है आवाज? गौरव जी बिल्कुल बिल्कुल आ रही है, क्लियर आ रही है। कुलदीप जी एक सेकंड अर्श जी, मैं दोबारा ट्राई कर रहा हूं कि उन्होंने आवाज आ जाए और पहुंचे लोगों तक गल की कहना चाह रहे हैं। कुलदीप जी आवाज आ रही है मेरी? आ रही है जी आवाज। मैं गल रखनी चाहना कि ਜਿਹੜਾ ਉਹਨਾਂ ਨੇ ਮੈਂ ਗੱਲ ਪਹਿਲਾਂ ਕਰ ਰਿਹਾ ਸੀ ਜਿਹੜੇ ਐਫਪੀਓ ਨਹੀਂ ਬਣੇ ਪੰਜਾਬ ਦੇ ਵਿੱਚ ਔਰ ਜਿਹੜੇ ਕਿਸਾਨਾਂ ਨੂੰ ਨਹੀਂ ਬਣ ਰਹੇ, ਇਹ ਬਹੁਤ ਖਤਰਨਾਕ ਗੱਲ ਹੈ। ਔਰ ਜਿਹੜਾ ਸਰਕਾਰੀ ਤੰਤਰ ਹੈ, ਜਿਹੜਾ ਸਰਕਾਰੀ ਕੋਆਪਰੇਟਿਵ ਹੈ ਨਾ, ਜਿੰਨੇ ਮਰਜ਼ੀ ਪੈਸੇ ਦੇ ਦਿਓ ਨਹੀਂ ਕਿਸਾਨਾਂ ਤੱਕ ਪਹੁੰਚ ਸਕਦੇ। ਕਿਸਾਨਾਂ ਨੂੰ ਆਪਦੇ ਸਮੂਹ ਬਣਾਉਣੇ ਪੈਣੇ ਆ ਕੇਂਦਰ ਸਰਕਾਰ ਦੀ ਐਫਪੀਓ ਪਾਲਿਸੀ ਦੇ ਤਹਿਤ। ਔਰ ਇਹਨਾਂ ਨੇ ਤਾਂ ਇੱਥੇ ਕਿਸਾਨ ਫਸਲ ਬੀਮਾ ਨਹੀਂ ਲਾਗੂ ਹੋਣ ਦਿੱਤਾ ਪੰਜਾਬ ਸਰਕਾਰ ਨੇ। ਕੋਈ ਵੀ ਨੀਤੀ ਜਿਹੜੀ ਕੇਂਦਰ ਸਰਕਾਰ ਦੀ ਉਹ ਥੱਲੇ ਲਾਗੂ ਨਹੀਂ ਹੋਣ ਦਿੰਦੇ, ਖੇਤੀ ਦੇ ਸੰਬੰਧ ਵਿੱਚ ਗੁੰਮਰਾਹ ਕਰਦੇ ਆ ਕਿਸਾਨਾਂ ਨੂੰ। ਔਰ ਜਿਹੜੀ ਗੱਲ ਰਵਨੀਤ ਜੀ ਕਹਿ ਰਹੇ ਆ, ਜਿੰਨੀਆਂ ਗੱਲਾਂ ਇਹਨਾਂ ਨੇ ਜਿਵੇਂ ਸੀਐਸਆਰ ਦੀ ਗੱਲ ਕੀਤੀ ਹੈ, ਸੀਐਸਆਰ ਉਹਨਾਂ ਚਿਰ ਮਿਲਣਾ ਨਹੀਂ ਜਿੰਨਾ ਚਿਰ ਆਪਾਂ ਸਮੂਹ ਨਹੀਂ ਬਣਾਉਂਦੇ। ਜਦੋਂ ਸਮੂਹ ਬਣੂਗਾ, ਸਾਡਾ ਐਫਪੀਓ ਬਣੂਗਾ, ਤਾਂ ਸੀਐਸਆਰ ਲਈ ਵੀ ਆਪਾਂ ਜਾ ਸਕਦੇ ਹਾਂ, ਆਪਾਂ ਐਫਪੀਆਈ ਵੀ ਜਾ ਸਕਦੇ, ਜਿੱਦਾਂ ਮਰਜ਼ੀ ਪ੍ਰੋਜੈਕਟ ਲਗਾ ਸਕਦੇ ਹਾਂ। ਔਰ ਆਪਣੀਆਂ 32 ਦੀਆਂ 32 ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚ ਵੱਡਾ ਰੈਵੋਲੂਸ਼ਨ ਲਿਆ ਸਕਦੀਆਂ। ਜਿੰਨੀ ਮਰਜ਼ੀ ਇਨਵੈਸਟਮੈਂਟ ਆਪਾਂ ਲੈ। ठीक है सर, समा खत्म हो रहा है। ਤੁਹਾਡਾ ਪੁਆਇੰਟ ਆ ਗਿਆ। ਤੁਸੀਂ ਇਹ ਕਹਿ ਰਹੇ ਹੋ ਕਿ ਜੇਕਰ ਕੋਈ ਸਕੀਮ ਹੈ ਜਾਂ ਯੋਜਨਾ ਤਾਂ ਉਹ ਇੰਪਲੀਮੈਂਟ ਕਿਉਂ ਨਹੀਂ ਹੋ ਰਹੀ? ਜੇ ਇੰਪਲੀਮੈਂਟ ਨਹੀਂ ਹੋ ਰਹੀ ਤਾਂ ਉਸ ਦਾ ਕਸੂਰਵਾਰ ਕੌਣ ਹੈ? अर्श जी ਤੁਹਾਡਾ ਫਾਈਨਲ ਰਿਐਕਸ਼ਨ ਚਾਹੂੰਗਾ। ਸਮਾਂ ਆਪਣੇ ਕੋਲ ਤਕਰੀਬਨ ਖਤਮ ਹੋ ਚੱਲਿਆ ਹੈ। ਦੋ ਪੁਆਇੰਟ ਨੇ। ਇੱਕ ਤਾਂ ਲਗਾਤਾਰ ਇਹ ਸਵਾਲ ਹੋ ਰਿਹਾ ਕਿ ਸੈਂਟਰ ਦੀਆਂ ਸਕੀਮਾਂ ਪੰਜਾਬ 'ਚ ਇੰਪਲੀਮੈਂਟ ਕਿਉਂ ਨਹੀਂ ਹੋ ਰਹੀਆਂ, ਕਿ ਇਹੀ ਵਜ੍ਹਾ ਹੈ ਕਿ ਉੱਥੇ ਸਰਕਾਰ ਵੱਖਰੀ, ਇੱਥੇ ਵੱਖਰੀ ਪਾਰਟੀ ਦੀ ਸਰਕਾਰ। ਤੇ ਦੂਜੀ ਗੱਲ, ਤੁਸੀਂ ਬੇਸ਼ੱਕ ਦਾਅਵੇ ਕਰ ਰਹੇ ਹੋ ਕਿ ਸਰਕਾਰ ਆ ਕਰ ਰਹੀ ਹੈ, ਸਰਕਾਰ ਉਹ ਕਰ ਰਹੀ ਹੈ, ਪਰ ਅੰਕੜੇ ਦੱਸਦੇ ਨੇ ਕਿ ਮਾਮਲੇ ਪ੍ਰਦੂਸ਼ਣ ਦੇ ਜਾਂ ਕਹੀਏ ਕਿ ਪਰਾਲੀ ਸਾੜਨ ਦੇ ਪੰਜਾਬ 'ਚ ਵਧੇ ਨੇ ਔਰ ਵਧ ਰਹੇ ਨੇ ਸਾਲ ਦਰ ਸਾਲ। ਰਾਈਟ ਗੌਰਵ ਜੀ, ਹੁਣ ਫੈਕਟ ਬੇਸਡ ਗੱਲ ਕਰਦਾ ਹੈ। 878 ਕਰੋੜ ਰੁਪਏ ਦਾ ਐਕਸ਼ਨ ਪਲਾਨ ਸਪੈਸ਼ਲੀ ਪਰਾਲੀ ਸਾੜਨ ਨੂੰ ਟਾਰਗੇਟ ਕੀਤਾ ਗਿਆ ਸੀ। ਇਹਦੇ ਲਈ ਐਕਸ਼ਨ ਪਲਾਨ ਲਿਆਏ ਅਸੀਂ ਵੀ ਕਿਸਾਨਾਂ ਨੂੰ ਦਿੱਕਤ ਨਾ ਆਵੇ, ਉਹਨਾਂ ਨੂੰ ਰਾਹਤ ਮਿਲੇ। ਦੂਜਾ, ਪਹਿਲੀ ਇੰਸਟਾਲਮੈਂਟ ਜਿਹੜੀ ਹੈਗੀ ਆ ਉਹਦੀ ਉਹ ਆਲਰੇਡੀ ਦੇ ਦਿੱਤੀ ਗਈ ਹੈ ਤਾਂ ਕਿ ਕਿਸਾਨਾਂ ਦੀ ਮਦਦ ਹੋ ਸਕੇ। ਤੀਜਾ, 11 ਬਾਇਓਮਾਸ ਪਾਵਰ ਪ੍ਰੋਜੈਕਟਸ ਜਿਹੜੇ ਹੈਗੇ ਆ 97.5 ਮੈਗਾਵਾਟ ਕੈਪੈਸਿਟੀ ਦੇ ਲਾਏ ਗਏ ਆ। ਚੌਥਾ, 75,000 ਸਪੈਸ਼ਲਾਈਜ਼ਡ ਮਸ਼ੀਨ ਏਸੀ ਤੋਂ ਘਟਾਉਣ ਲਈ ਕਿਸਾਨਾਂ ਨੂੰ ਦਿੱਤੀਆਂ ਗਈਆਂ। ਹਜੇ ਕਹਿੰਦੇ ਪੰਜਾਬ ਸਰਕਾਰ ਕੰਮ ਮਾਮਲੇ ਨਹੀਂ ਕੱਢ ਰਹੇ ਸਰ। ਮੈਂ ਤਾਂ ਇਹੀ ਸਵਾਲ ਪੁੱਛ ਰਿਹਾ ਸੀ ਤੁਹਾਨੂੰ, ਮਾਮਲੇ ਨਹੀਂ ਕੱਢ ਰਹੇ, ਤੁਸੀਂ ਲਗਾਤਾਰ ਜ਼ਿਕਰ ਕਰ ਰਹੇ ਹੋ। ਮੈਂ ਕਿਹਾ ਦੇਖੋ ਮਾਮਲੇ ਵਧੇ ਹੈ, ਕਿਸਾਨਾਂ ਦੀ ਮਜਬੂਰੀ ਹੈ ਪੰਜਾਬ ਸਰਕਾਰ, ਲੇਕਿਨ ਉਹਨਾਂ ਤੋਂ ਅਸੀਂ ਮੂੰਹ ਫੇਰਾਂਗੇ ਨਹੀਂ, ਉਹਨਾਂ ਨਾਲ ਖੜਾਂਗੇ, ਉਹਨਾਂ ਦੀ ਮਦਦ ਕਰਾਂਗੇ। ਜਿਵੇਂ ਆਮ ਆਦਮੀ ਪਾਰਟੀ ਜਿਹੜਾ ਘੁੱਪ ਹੈ ਨਾ ਇਹਨਾਂ ਦੀ ਢੂਈ ਦੇ ਵਿੱਚ, ਇੱਥੇ ਆ ਕੇ ਤਾਂ ਆਪਣਾ ਪੰਜਾਬ ਵਾਲੇ ਬਣ ਜਾਂਦੇ, ਕੇਜਰੀਵਾਲ ਸਾਹਿਬ ਦਿੱਲੀ ਜਾ ਕੇ ਦਿੱਲੀ ਵਾਲੇ ਬਣ ਜਾਂਦੇ ਆ। ਉੱਥੇ ਲਾਤਾ ਇਲਜ਼ਾਮ ਇਹਨਾਂ ਤੇ, ਕੇਜਰੀਵਾਲ ਸਾਹਿਬ ਨੂੰ ਨਾ ਪੰਜਾਬ ਮਾਫ ਕਰੂਗਾ ਨਾ ਪੰਜਾਬ ਦੇ ਨਿਵਾਸੀ ਮਾਫ ਕਰਨਗੇ। ਆਉਣ ਵਾਲੇ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਇਸ ਚੀਜ਼ ਦਾ ਖਾਮਿਆਜ਼ਾ ਭੁਗਤਣਾ ਪਊਗਾ। ਦੂਜਾ, ਇਹ ਬੀਜੇਪੀ ਦੀ ਗੱਲ, ਬਸ ਇੱਕ ਲਾਸਟ ਤੱਕ ਗੌਰਵ ਜੀ, ਬੀਜੇਪੀ ਫਾਰਮ ਲੈ ਕੇ ਕ੍ਰਿਸ਼ੀ ਕਾਨੂੰਨ ਲੈ ਕੇ ਆਈ। ਮਿਸ਼ਰਾ ਸਾਹਿਬ ਨੇ ਦੇਖਿਆ, ਖੱਟਰ ਸਾਹਿਬ ਨੇ ਦੇਖਿਆ, ਸਭ ਨੇ ਕੀ ਕੁਛ ਕਿਹਾ। ਇਹਨਾਂ ਦੀ ਪਾਲਿਸੀਜ਼ ਕਿਸਾਨ ਹਿਤੈਸ਼ੀ ਨਹੀਂ, ਕਿਸਾਨ ਵਿਰੋਧੀ ਹੈ। ਪੰਜਾਬ ਸਰਕਾਰ ਇੰਡੀਪੈਂਡੈਂਟਲੀ ਕਿਸਾਨਾਂ ਦੀ ਮਦਦ ਕਰਨ ਦਾ ਦਮ ਰੱਖਦੀ ਤੇ ਕਰਦੇ ਰਵਾਂਗੇ। ਪ੍ਰਦੂਸ਼ਣ ਪੋਲਿਟਿਕਸ, ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਪ੍ਰਦੂਸ਼ਣ ਪੋਲਿਟਿਕਸ ਤੇ ਪੂਰੀ ਚਰਚਾ ਦੇ ਦੌਰਾਨ ਸ਼ਾਇਦ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੇ ਵੀ ਇਹ ਮਹਿਸੂਸ ਕੀਤਾ ਹੋਵੇਗਾ ਕਿ ਸਿਆਸਤ ਤਾਂ ਪ੍ਰਦੂਸ਼ਣ ਦੇ ਮੁੱਦੇ ਉੱਤੇ ਹੋ ਰਹੀ ਹੈ, ਪਰ ਇਸ ਪੂਰੀ ਚਰਚਾ ਦੇ ਵਿੱਚ ਇੱਕ ਨਿਚੋੜ ਇਹ ਵੀ ਨਿਕਲਦਾ ਹੈ ਕਿ ਕੁਝ ਸਕੀਮਾਂ ਹੈਗੀਆਂ ਨੇ ਜਿਨ੍ਹਾਂ ਦੇ ਜ਼ਰੀਏ ਕਿਸਾਨ ਪਰਾਲੀ ਸਾੜਨ ਤੋਂ ਨਿਜਾਤ ਪਾ ਸਕਦੇ ਨੇ। ਦੂਜੇ ਪਾਸੇ ਸਰਕਾਰਾਂ ਦੇ ਕੋਲ ਵੀ ਅਜਿਹੇ ਫਾਰਮੂਲੇ ਹੈਗੇ ਨੇ, ਜੋ ਰਵਨੀਤ ਜੀ ਜ਼ਿਕਰ ਕਰ ਰਹੇ ਸੀ, ਉਹਨਾਂ ਨੇ 5 ਸੂਤਰੀ ਇੱਕ ਫਾਰਮੂਲਾ ਦੱਸਿਆ ਕਿ ਜੇ ਕਿਸਾਨ ਬੈਠ ਕੇ ਦੱਸ ਰਹੇ ਨੇ ਤਾਂ ਫਿਰ ਕੀ ਕੋਈ ਸੁਣਨ ਵਾਲਾ ਨਹੀਂ ਹੈ? ਇਹ ਹਰ ਸੂਬੇ ਦੀ ਸਰਕਾਰ ਤੋਂ ਲੈ ਕੇ ਸੈਂਟਰ ਸਰਕਾਰ ਤੱਕ ਨੂੰ
ਸਵਾਲ ਹੈ ਕਿ ਜੇਕਰ ਆਪਾਂ ਚਿੰਤਾ ਪ੍ਰਦੂਸ਼ਣ ਨੂੰ ਲੈ ਕੇ ਕਰ ਰਹੇ ਹਾਂ ਕਿ ਸਾਨੂੰ ਸਾਹ ਲੈਣਾ ਔਖਾ ਹੋ ਰਿਹਾ ਦਿੱਲੀ 'ਚ ਜਾਂ ਪੰਜਾਬ ਦੇ ਵਿੱਚ, ਤਾਂ ਫਿਰ ਆਪਾਂ ਇਸ ਦੇ ਹੱਲ ਦੇ ਲਈ ਕਿਉਂ ਕੁਝ ਨਹੀਂ ਕਰ ਰਹੇ? ਜੇ ਕਰ ਰਹੇ ਹਾਂ ਤਾਂ ਉਸ ਦਾ ਅਸਰ ਨਜ਼ਰ ਕਿਉਂ ਨਹੀਂ ਆ ਰਿਹਾ? ਪ੍ਰਾਈਮ ਟਾਈਮ 'ਚ ਅੱਜ ਦੇ ਲਈ